ਦੂਜੈ ਲੱਗੇ ਡੁੱਬੇ ਸੇ ਬਣ ਜਾ ਰਿਹਾ। ਸਤਿਗੁਰੂ ਹੈ ਬੋਹਿਤਾ ਬਿਰਲੇ ਕਿਨੈ ਵਿਚਾਰਿਆ। ਕਰ ਕਿਰਪਾ ਭਾਰ ਉਤਾਰਿਆ। ਜਿਉ ਬੁਲਾਵੇਂ ਤਿਉ ਬੋਲੇ ਸੁਆਮੀ ਕੁਦਰਤ ਕਬਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਜੁਗੋ ਜੁਗ ਅਟਲ ਸ਼ਬਦ ਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਇਸ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਅੰਮ੍ਰਿਤ ਵੇਲੇ ਤੋਂ ਉਹਨਾਂ ਦੇ ਪਾਵਨ ਚਰਨਾਂ ਵਿੱਚ ਬੈਠਣ ਦਾ ਪੁੱਜਣ ਦਾ ਸੁਭਾਗ ਪ੍ਰਾਪਤ ਹੋਇਆ ਔਰ ਇੱਥੇ ਸੰਗਤੀ ਰੂਪ ਵਿੱਚ ਬੈਠ ਕਰਕੇ ਗੁਰੂ ਬਖਸ਼ਿਸ਼ ਦੁਆਰਾ ਆਸਾ ਕੀ ਵਾਰ ਦਾ ਕੀਰਤਨ ਸਨਮਾਨਯੋਗ ਹਜ਼ੂਰੀ ਰਾਗੀ ਜਥੇ ਪਾਸੋਂ ਆਪ ਜੀ ਨੇ ਬੜੇ ਅਦਬ ਸਤਿਕਾਰ ਨਾਲ ਸੁਣਿਆ ਹੈ। ਉਪਰੰਤ ਚੱਲ ਰਹੀ ਲੜੀਵਾਰ ਵਿਚਾਰ ਗੁਰਬਾਣੀ ਵਿਚਾਰ ਦੇ ਅਧੀਨ ਆਪ ਜੀ ਨੇ ਅਜੀਤ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਪਾਸੋਂ ਤੀਸਰੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਵਚਨ ਜੋ ਸ੍ਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 26 ਦੇ ਉੱਤੇ ਸਭਾਇਮਾਨ ਹੈ, ਉਸ ਦਾ ਮੂਲ ਪਾਠ ਬੜੇ ਅਦਬ ਸਤਿਕਾਰ ਨਾਲ ਸਰਵਣ ਕੀਤਾ ਹੈ। ਜਿੱਥੇ ਸਤਿਗੁਰੂ ਜੀ ਨੇ ਇੱਥੇ ਪੁੱਜਣ ਦੀ ਸਾਡੇ ਤੇ ਬਖਸ਼ਿਸ਼ ਕੀਤੀ, ਬੈਠਣ ਦੀ ਬਖਸ਼ਿਸ਼ ਕੀਤੀ, ਕੀਰਤਨ ਨਾਲ ਜੁੜਨ ਦੀ ਬਖਸ਼ਿਸ਼ ਕੀਤੀ। ਆਓ ਜਿੰਨਾ ਸਮਾਂ ਪ੍ਰਾਪਤ ਹੋਇਆ ਹੈ ਗੁਰਮਤਿ ਵਿਚਾਰ ਨਾਲ ਜੁੜਨ ਲਈ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਇੱਕ ਵਾਰੀ ਫਤਿਹ ਸਾਂਝੀ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ 33 ਸ਼ਬਦਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਉਹਨਾਂ 33 ਸ਼ਬਦਾਂ ਤੋਂ ਬਾਅਦ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਆਰੰਭ ਹੋਈ ਔਰ ਇੱਕ ਸ਼ਬਦ ਤੀਸਰੇ ਪਾਤਸ਼ਾਹ ਜੀ ਦਾ ਆਪ ਜੀ ਮੂਲ ਪਾਠ ਤੇ ਉਹਦੀ ਵਿਚਾਰ ਸਰਵਣ ਕਰ ਚੁੱਕੇ ਹੋ। ਜਿਸ ਸ਼ਬਦ ਦੀ ਵਿਚਾਰ ਅੱਜ ਅਸੀਂ ਕਰ ਰਹੇ ਹਾਂ ਇਹ ਸ੍ਰੀ ਰਾਗ ਦਾ ਤੀਸਰੇ ਪਾਤਸ਼ਾਹ ਜੀ ਦਾ 2 ਨੰਬਰ ਸ਼ਬਦ ਹੈ। ਸ਼ਬਦ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਮਨ ਨੂੰ ਸੰਬੋਧਨ ਕਰਕੇ ਕੇਂਦਰਿਤ ਕੀਤਾ ਹੈ। ਮਨ ਰੇ ਗ੍ਰਹਿ ਮਾਹੇ ਉਦਾਸ। ਇਹ ਮੇਰੇ ਮਨ ਤੈਨੂੰ ਘਰ-ਬਾਰ ਤਿਆਗਣ ਦੀ ਜ਼ਰੂਰਤ ਨਹੀਂ, ਬੱਚੇ ਤਿਆਗਣ ਦੀ ਜ਼ਰੂਰਤ ਨਹੀਂ, ਸਮਾਜ ਤਿਆਗਣ ਦੀ ਜ਼ਰੂਰਤ ਨਹੀਂ। ਆਪਣੀ ਜ਼ਿੰਦਗੀ ਵਿੱਚ ਤੂੰ ਘਰ ਵਿੱਚ ਰਹਿ ਕੇ ਹੀ, ਪਰਿਵਾਰ ਵਿੱਚ ਰਹਿ ਕੇ ਹੀ, ਸਮਾਜ ਵਿੱਚ ਰਹਿ ਕੇ ਹੀ ਉਦਾਸੀ ਧਾਰਨ ਕਰ। ਉਦਾਸੀ ਦਾ ਭਾਵ ਹੁੰਦਾ ਨਿਰਲੇਪਤਾ ਪ੍ਰਾਪਤ ਕਰਨੀ ਔਰ ਘਰ ਵਿੱਚ ਉਦਾਸੀ ਧਾਰਨ ਕਰਕੇ ਸੱਚ ਸੰਜਮ ਕਰਨੀ ਸੋ ਕਰੇ। ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਦਾ ਨਾਮ, ਉਹਦਾ ਸਿਮਰਨ, ਸੱਚ ਰੂਪ ਜੀਵਨ। ਸੰਜਮ ਦਾ ਅਰਥ ਹੁੰਦਾ ਆਪਣੇ ਮਨ ਦੇ ਉੱਤੇ ਕਾਬੂ ਪਾਉਣਾ, ਬਿਰਤੀਆਂ ਤੇ ਕਾਬੂ ਪਾਉਣਾ, ਜਿਹਨੂੰ ਅਸੀਂ ਆਮ ਬੋਲੀ ਵਿੱਚ ਪਰਹੇਜ਼ ਕਹਿੰਦੇ ਹਾਂ। ਫਿਰ ਤੀਸਰੇ ਨੰਬਰ ਦੇ ਉੱਤੇ ਕਰਨੀ, ਕਿਉਂਕਿ ਰੱਬ ਦੇ ਦਰ ਦੇ ਉੱਤੇ ਕਿਸੇ ਦੀ ਜ਼ਾਤ ਨਹੀਂ ਵੇਖੀ ਜਾਣੀ, ਕਿਸੇ ਦਾ ਅਹੁਦਾ ਨਹੀਂ ਵੇਖਿਆ ਜਾਣਾ, ਕਿਸੇ ਦਾ ਧਨ ਦੌਲਤ ਨਹੀਂ ਵੇਖਿਆ ਜਾਣਾ। ਅੱਗੇ ਕਰਨੀ ਕੀਰਤ ਬਾਚੀ ਹੈ ਵੈ ਲੇਖਾ ਕਰ ਸਮਝਾਇਆ। ਸਭਨਾ ਕਾ ਦਰ ਲੇਖਾ ਹੋਏ ਕਰਨੀ ਬਾਝੋਂ ਤਰੇ ਨਾ ਕੋਏ। ਤੂੰ ਸੱਚ ਰੂਪ ਸਿਮਰਨ ਦੇ ਨਾਲ ਜੁੜ, ਆਪਣੇ ਜੀਵਨ ਦੇ ਵਿੱਚ ਸੰਜਮ ਸਿੱਖ ਤੇ ਸੰਜਮ ਦੁਆਰਾ ਫਿਰ ਚੰਗੀ ਕਰਨੀ ਬਣਾ। ਪਰ ਇਹ ਸਾਰਾ ਕੁਝ ਕਿਸ ਨੂੰ ਪ੍ਰਾਪਤ ਹੋ ਸਕਦਾ ਹੈ? ਸੱਚ ਰੂਪ ਜੀਵਨ, ਸੱਚ ਦਾ ਸਿਮਰਨ, ਸੰਜਮ ਵਿੱਚ ਰਹਿਣ ਦੀ ਗੱਲ, ਚੰਗੀ ਕਰਨੀ ਬਣਾਉਣ ਦੀ ਗੱਲ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਲੀਅਰ ਕਰ ਰਹੇ। ਕਹਿੰਦੇ ਸੋ ਕਰੇ ਗੁਰਮੁਖ ਹੋਏ ਪ੍ਰਗਾਸ। ਸੱਚ ਸੰਜਮ ਕਰਨੀ ਸੋ ਕਰੇ। ਸੱਚ ਰੂਪ ਸਿਮਰਨ, ਸੰਜਮ
ਤੇ ਕਰਨੀ ਉਹ ਮਨੁੱਖ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦਾ ਹੈ ਗੁਰਮੁਖ ਹੋਏ ਪ੍ਰਗਾਸ, ਜਿਹੜਾ ਗੁਰੂ ਦੇ ਸਨਮੁਖ ਹੋ ਕਰਕੇ ਗੁਰਮਤ ਦਾ ਅੰਦਰ ਪ੍ਰਕਾਸ਼ ਕਰ ਲੈਂਦਾ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਜੋਗੀਆਂ ਕੋਲ ਗਏ, ਪਹਿਲੀ ਉਦਾਸੀ ਹਿੰਦੂ ਤੀਰਥਾਂ ਦੀ ਕੀਤੀ ਤੇ ਦੂਸਰੇ ਨੰਬਰ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਜਾ ਚੜ੍ਹਿਆ ਸਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਜਦੋਂ ਉਹਨਾਂ ਦਾ ਮਿਲਾਪ ਹੋਇਆ, ਗੋਸ਼ਟੀਆਂ ਹੋਈਆਂ, ਵਿਚਾਰ ਵਟਾਂਦਰਾ ਹੋਇਆ, ਜੋਗੀਆਂ ਨੇ ਬੜਾ ਯਤਨ ਕੀਤਾ ਵੀ ਸਤਿਗੁਰੂ ਪਾਤਸ਼ਾਹ ਜੀ ਨੂੰ ਆਪਣੇ ਪ੍ਰਭਾਵ ਹੇਠ ਲਿਆਂਦਾ ਜਾਵੇ, ਕਰਾਮਾਤਾਂ ਦਾ ਵਿਖਾਵਾ ਕੀਤਾ ਜਾਏ, ਉਸ ਪ੍ਰਭਾਵ ਨਾਲ ਕਾਬੂ ਆ ਸਕਣ। ਔਰ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਲਾਹ ਦਿੱਤੀ, ਜਿਵੇਂ ਆਪਾਂ ਕਹਿੰਦੇ ਨਾ ਕਿਸੇ ਨੂੰ ਸੁਜੈਸਟ ਕਰਨਾ, ਕਿਸੇ ਨੂੰ ਸੁਝਾਅ ਦੇਣਾ। ਉਹ ਕਹਿਣ ਲੱਗੇ ਵੀ ਅਸੀਂ ਵੇਖਦੇ ਹਾਂ ਤੁਹਾਡੇ ਕੋਲ ਕੋਈ ਧਾਰਮਿਕ ਚਿੰਨ੍ਹ ਨਹੀਂ ਨਜ਼ਰ ਆ ਰਹੇ। ਜਿਸ ਤਰ੍ਹਾਂ ਦਾ ਭੇਖ ਅਸੀਂ ਬਣਾ ਕੇ ਬੈਠੇ ਹਾਂ, ਜਿਸ ਤਰ੍ਹਾਂ ਦਾ ਪਹਿਰਾਵਾ ਅਸੀਂ ਪਹਿਨ ਕੇ ਬੈਠੇ ਹਾਂ, ਜੋ ਸਾਡੀ ਦਿੱਖ ਹੈ ਉਹ ਤੁਹਾਡੇ ਦਰਸ਼ਨਾਂ ਵਿੱਚੋਂ ਪ੍ਰਾਪਤ ਨਹੀਂ ਹੋ ਰਹੀ। ਇਸ ਕਰਕੇ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ, ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾਂ ਝੋਲੀ ਖਿੰਥਾ। ਦਰਸ਼ਨ ਦਾ ਭਾਵ ਹੁੰਦਾ ਸਿਧਾਂਤ ਵੀ ਤੁਸੀਂ ਕਿਰਪਾ ਕਰੋ, ਆਹ ਭੇਖ ਜਿਹੜਾ ਸਾਡਾ ਜੋਗੀ ਇੰਦਰ ਗੋਰਖ ਦਾ ਮਤ ਹੈ ਨਾ, ਇਹਦੇ ਸਿਧਾਂਤ ਨੂੰ ਅਪਣਾ ਲਓ। ਕਰਨਾ ਕੀ ਹੈ? ਮੁੰਦਰਾਂ ਝੋਲੀ ਖਿੰਥਾ, ਕੰਨਾਂ 'ਚ ਮੁੰਦਰਾਂ ਪਾਣੀਆਂ ਤੇ ਝੋਲੀ ਫੜ ਕੇ ਮੰਗਣ ਦੀ ਗੱਲ ਕਰਨੀ, ਖਿੰਥਾ ਪਹਿਨਣੀ। 12 ਅੰਤਰ ਏਕ ਸਰੇਵੋ, ਖਟ ਦਰਸ਼ਨ ਇੱਕ ਪੰਥਾ। ਸਾਡੇ 12 ਪੰਥ ਨੇ, ਉਹਨਾਂ 12 ਪੰਥਾਂ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਹੈ, ਜਿਸ ਨੂੰ ਤੁਸੀਂ ਲਾਈਕ ਕਰਦੇ ਹੋ, ਜਿਹਨੂੰ ਤੁਸੀਂ ਚਾਹੁੰਦੇ ਹੋ, ਏਕ ਸਰੇਵੋ, ਇੱਕ ਦੇ ਧਾਰਨੀ ਬਣ ਜਾਓ। ਖਟ ਦਰਸ਼ਨ ਇੱਕ ਪੰਥਾ, ਔਰ 6 ਸ਼ਾਸਤਰਾਂ ਦੇ ਮਤ ਅਨੁਸਾਰ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿਓ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਪਹਿਲਾ ਸ਼ਬਦ ਹੈ ਸ੍ਰੀ ਰਾਗ ਜੀ ਦਾ, ਉਸ ਪਹਿਲੇ ਸ਼ਬਦ ਦੇ ਅੰਦਰ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਨਿਬੇੜਾ ਕਰ ਦਿੱਤਾ, ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਸਤਿਗੁਰੂ ਕਹਿਣ ਲੱਗੇ, ਜੋਗੀਓ ਤੁਹਾਨੂੰ ਭੁਲੇਖਾ ਲੱਗਿਆ ਹੈ, ਅਸਲ ਵਿੱਚ ਮੈਂ ਗੁਰੂ ਨੂੰ ਪੁੱਛਣ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਪੁੱਟਦਾ। ਮੈਂ ਜੀਵਨ ਦੇ ਕਦਮ ਕਦਮ ਦੇ ਉੱਤੇ ਗੁਰੂ ਨਾਲ ਜੁੜ ਕੇ ਤੁਰਦਾ ਹਾਂ, ਗੁਰੂ ਦੀ ਗੱਲ ਸੁਣ ਕੇ ਤੁਰਦਾ ਹਾਂ। ਔਰ ਮੇਰੇ ਵਾਸਤੇ ਬੜੀ ਵਿਪਤਾ ਛਿੜਨ ਵਾਲੀ ਗੱਲ ਹੈ, ਬੜੀ ਦੁਖਦਾਈ ਗੱਲ ਕਰਨਾ ਹੋਏਗੀ ਜਦੋਂ ਮੈਂ ਗੁਰੂ ਤੋਂ ਪਾਸੇ ਹੋ ਕੇ ਗੱਲ ਕਰਨ ਦੀ ਸੋਚਾਂਗਾ। ਹਰ ਬਿਨ ਹਰੀ ਤੋਂ ਪਰਮਾਤਮਾ ਤੋਂ ਬਿਨਾਂ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਉਹਨਾਂ ਨੇ ਆਪਣੀ ਮਰਜ਼ਾਦਾ ਦੀ ਗੱਲ ਕੀਤੀ। ਕਹਿਣ ਲੱਗੇ, ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਦ ਮੂਲ ਆਹਾਰੋ ਖਾਈਐ, ਔਧੂ ਬੋਲੇ ਗਿਆਨੇ, ਤੀਰਥ ਨਹਾਈਐ, ਸੁਖ ਫਲ ਪਾਈਐ, ਮੈਲ ਨ ਲਾਗੈ ਕਾਈ, ਗੋਰਖ ਪੂਤ ਲੋਹਾ ਰੀਪਾ, ਬੋਲੇ ਜੋਗ ਜੁਗਤ ਵਿਦ ਸਾਈ। ਕਹਿਣ ਲੱਗੇ, ਸੱਚੇ ਪਾਤਸ਼ਾਹ ਅਸੀਂ ਜੋਗ ਮਤ ਜਦੋਂ ਧਾਰਨ ਕਰਦੇ ਹਾਂ, ਇਹ ਬੈਰਾਗ ਦਾ ਮਤ ਧਾਰਨ ਕਰਦੇ ਹਾਂ, ਅਸੀਂ ਉਦਾਸੀ ਧਾਰਨ ਕਰਦੇ ਹਾਂ। ਸਾਡੀ ਆਰੰਭਤਾ ਇੱਥੋਂ ਹੁੰਦੀ ਹੈ ਵੀ ਸਭ ਤੋਂ ਪਹਿਲਾਂ ਅਸੀਂ ਹੱਟੀਆਂ ਬੱਟੀਆਂ ਭਾਵ ਕਿਰਤ ਦਾ ਤਿਆਗ ਕਰਦੇ ਹਾਂ, ਅਸੀਂ ਕਿਰਤ ਨਹੀਂ ਕਰਦੇ। ਸਤਿਗੁਰੂ ਕਹਿੰਦੇ, ਫਿਰ ਪ੍ਰਸ਼ਾਦਾ ਕਿਵੇਂ ਛਕਦੇ ਹੋ? ਜੇ ਕੱਪੜੇ ਦੀ ਜ਼ਰੂਰਤ ਪਵੇ ਉਹ ਕਿੱਥੋਂ ਪਹਿਨਦੇ ਹੋ? ਪੈਰਾਂ ਨੂੰ ਜੋੜਾ ਚਾਹੀਦਾ ਹੋਵੇ ਉਹ ਕਿੱਥੋਂ ਪਹਿਨਦੇ ਹੋ? ਕਦੀ ਬਿਮਾਰ ਹੋ ਜਾਓ ਤੇ ਦਵਾਈ ਚਾਹੀਦੀ ਹੋਵੇ ਉਹ ਕਿਵੇਂ ਪ੍ਰਬੰਧ ਕਰਦੇ ਹੋ? ਕਹਿੰਦੇ ਮੰਗ ਕੇ ਲੈ ਕੇ ਆਉਂਦੇ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਸ ਗੱਲ ਨੂੰ ਦਰਜ ਕੀਤਾ, ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕੇ ਕਰ ਮੰਗਣ ਜਾਈ, ਬਿਨ ਦਿੱਤੇ ਕਿਛ ਹੱਥ ਨਾ ਆਈ। ਕਹਿਣ ਲੱਗੇ, ਅਸੀਂ ਸਭ ਤੋਂ ਪਹਿਲਾਂ ਸਾਡਾ ਕੰਮ, ਸਾਡੀ ਮਰਜ਼ਾਦਾ, ਕਿਰਤ ਦਾ ਤਿਆਗ, ਅਸੀਂ ਧੰਦਾ ਨਹੀਂ ਕਰਦੇ। ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ। ਜਿਵੇਂ ਸੰਸਾਰ ਦੇ ਲੋਕ ਚੰਗੇ ਮਹਿਲ ਮਾੜੀਆਂ ਬਣਾ ਕੇ ਰਹਿੰਦੇ ਨੇ, ਚੰਗੀ ਰਿਹਾਇਸ਼ ਵਿੱਚ ਰਹਿੰਦੇ ਨੇ, ਕੰਫਰਟੇਬਲ ਲਾਈਫ ਜਿਉਂਦੇ ਨੇ, ਚੰਗੀ ਜ਼ਿੰਦਗੀ ਜਿਉਂਦੇ ਨੇ, ਅਸੀਂ ਰੁੱਖਾਂ ਬਿਰਖਾਂ ਦੀ ਛਾਵੇਂ ਬੈਠ ਕੇ ਜ਼ਿੰਦਗੀ ਬਤੀਤ ਕਰਦੇ ਹਾਂ, ਜੰਗਲਾਂ ਵਿੱਚ ਰਹਿੰਦੇ ਹਾਂ। ਕੰਦ ਮੂਲ ਆਹਾਰੋ ਖਾਈਏ, ਅਸੀਂ ਕੰਦ ਮੂਲ ਖਾ ਕੇ ਉਹਦਾ ਆਹਾਰ ਕਰਦੇ ਹਾਂ। ਔਧੂ ਬੋਲਿਆ ਗਿਆਨੇ, ਔਧੂ ਜੋਗੀ ਜਿਹੜਾ ਹੈ
ਉਹ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਆਪਣੀ ਮਰਜ਼ਾਦਾ ਦਾ ਗਿਆਨ ਦੱਸ ਰਿਹਾ ਹੈ। ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨਾ ਲੱਗੈ ਕਾਈ। ਫਿਰ ਸੱਚੇ ਪਾਤਸ਼ਾਹ ਅਸੀਂ ਇੱਕ ਹੋਰ ਕਰਮ ਕਰਦੇ ਹਾਂ ਜੀਵਨ ਦੀ ਪਵਿੱਤਰਤਾ ਵਾਸਤੇ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਾਂ, ਸੁਖ ਫਲ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ ਤੇ ਕਿਸੇ ਕਿਸਮ ਦੀ ਮੈਲ ਅਸੀਂ ਸਮਝਦੇ ਸਾਨੂੰ ਨਹੀਂ ਲੱਗ ਸਕਦੀ। ਗੋਰਖ ਪੂਤ ਲੋਹਾ ਰੀਪਾ ਬੋਲੇ। ਗੋਰਖ ਦਾ ਪੁੱਤਰ ਜਿਹੜਾ ਲੋਹਾ ਰੀਪਾ ਹੈ, ਗੋਰਖ ਦਾ ਚੇਲਾ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਗੱਲ ਦੱਸ ਰਿਹਾ, ਆਪਣੀ ਮਰਜ਼ਾਦਾ ਸਮਝਾ ਰਿਹਾ। ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਅਦਬ ਨਾਲ, ਬੜੇ ਧੀਰਜ ਨਾਲ ਉਹਨਾਂ ਦੀ ਗੱਲ ਨੂੰ ਸੁਣਿਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜੋ ਜੀਵਨ ਹੈ, ਜਿੰਨੇ ਧੀਰਜ ਨਾਲ ਆਪਣੀ ਗੱਲ ਕਹਿਣੀ, ਹੌਸਲੇ ਨਾਲ ਉਸਨੇ ਹੀ ਹੌਸਲੇ ਤੇ ਧੀਰਜ ਦੇ ਨਾਲ ਦੂਜੇ ਦੀ ਗੱਲ ਨੂੰ ਸੁਣਨਾ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਇੱਕ ਤਾਂ ਇਹਦਾ ਅਰਥ ਇਹ ਵੀ ਕਰਦੇ ਨੇ ਵਿਦਵਾਨ ਕਿ ਜਦੋਂ ਤੱਕ ਦੁਨੀਆ 'ਚ ਰਹਿਣਾ, ਰੱਬ ਦੀਆਂ ਗੱਲਾਂ ਕੁਝ ਕਹਿਣੀਆਂ ਚਾਹੀਦੀਆਂ ਤੇ ਕੁਝ ਸੁਣਨੀਆਂ ਚਾਹੀਦੀਆਂ। ਕਹਿਣ ਤੇ ਸੁਣਨ ਦੋਹਾਂ ਨਾਲ ਹੀ ਲਾਭ ਹੋਏਗਾ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਤੇ ਦੁਨਿਆਵੀ ਪੱਧਰ ਦੇ ਉੱਤੇ ਜਦੋਂ ਅਸੀਂ ਗੱਲ ਕਰਾਂਗੇ ਤੇ ਜਦੋਂ ਦੁਨੀਆ ਤੱਕ ਅਸੀਂ ਸੰਸਾਰ ਵਿੱਚ ਜੀਵਨ ਜਿਉਣਾ, ਜਦੋਂ ਤੱਕ ਜੋ ਕੁਝ ਅਸੀਂ ਦੂਜੇ ਨੂੰ ਸਮਝਾਉਣਾ ਚਾਹੁੰਦੇ ਉਹ ਆ ਕੇ ਸਮਝਾਵਾਂਗੇ, ਤੇ ਜੋ ਕੁਝ ਕਿਸੇ ਤੋਂ ਸੁਣਨਾ ਚਾਹੁੰਦੇ ਆ, ਸਮਝਣਾ ਚਾਹੁੰਦੇ ਆ, ਉਹ ਦੂਜੇ ਤੋਂ ਧੀਰਜ ਨਾਲ ਸੁਣਾਂਗੇ। ਹੁਣ ਕਲਾਸ ਵਿੱਚ ਅਧਿਆਪਕ ਬੋਲੇਗਾ, ਵਿਦਿਆਰਥੀ ਸੁਣਨਗੇ। ਇਸੇ ਤਰ੍ਹਾਂ ਅਸੀਂ ਸਭਾ ਵਿੱਚ ਬੈਠੇ ਹਾਂ, ਗੁਰੂ ਕੀ ਸੰਗਤ ਵਿੱਚ ਬੈਠੇ ਹਾਂ, ਗੁਰੂ ਕਾ ਹੁਕਮ ਸੁਣਦੇ ਹਾਂ, ਕੀਰਤਨ ਸੁਣਦੇ ਹਾਂ। ਬੋਲਣ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਕਦੀ ਸੁਣਨਾ ਪਏਗਾ ਤੇ ਕਦੀ ਬੋਲਣਾ ਪਏਗਾ। ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਵਿਦ ਸਾਈ। ਬਹੁਤ ਅਦਬ ਸਤਿਕਾਰ ਨਾਲ ਗੱਲ ਨੂੰ ਸੁਣਿਆ ਔਰ ਸਾਨੂੰ ਮਾਰਗਦਰਸ਼ਨ ਕੀਤਾ ਵੀ ਜਦੋਂ ਵੀ ਗੱਲਬਾਤ ਕੀਤੀ ਜਾਏ ਬਹੁਤ ਧੀਰਜ ਤੇ ਸਹਿਜ ਦੇ ਨਾਲ ਕੀਤੀ ਜਾਏ, ਜਿਹਨੂੰ ਅਸੀਂ ਅੱਜ ਟੇਬਲ ਟਾਕ ਕਹਿੰਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਸੁਣ ਲਈ, ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਦ ਮੂਲ ਆਹਾਰੋ ਖਾਈਐ, ਔਧੂ ਬੋਲੇ ਗਿਆਨੇ। ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨਾ ਲੱਗੈ ਕਾਈ। ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਵਿਦ ਸਾਈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਇਹਦਾ ਜਵਾਬ ਦਿੱਤਾ। ਸਤਿਗੁਰੂ ਕਹਿਣ ਲੱਗੇ, ਜੋਗੀਓ ਤੇ ਸੰਸਾਰ ਦੇ ਲੋਕੋ, ਜੇ ਧੰਦਾ ਤਿਆਗਣ ਦੀ ਥਾਂ ਦੇ ਉੱਤੇ, ਕਿਰਤ ਤਿਆਗਣ ਦੀ ਥਾਂ ਦੇ ਉੱਤੇ ਆਪਾਂ ਇੱਕ ਹੋਰ ਕੰਮ ਕਰ ਸਕਦੇ ਹਾਂ। ਕਿਰਤ ਕਰਨ ਨੂੰ ਪ੍ਰੈਫਰ ਕਰੀਏ, ਕਿਉਂਕਿ ਜਿਸ ਰੱਬ ਦੀ ਅਸੀਂ ਪੂਜਾ ਕਰਦੇ ਹਾਂ ਉਹ ਆਪ ਹੀ ਕਰਤਾ ਪੁਰਖ ਹੈ, ਆਪ ਹੀ ਸਭ ਕੁਝ ਕਰਨ ਵਾਲਾ ਹੈ। ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਸਾਡਾ ਰੱਬ ਵਿਹਲੜ ਨਹੀਂ। ਜਿਸ ਰੱਬ ਦੀ ਪੂਜਾ ਕਰਨੀ ਉਹ ਕਰਤਾ ਪੁਰਖ ਹੈ, ਇਸ ਕਰਕੇ ਉਹਦਾ ਪੁਜਾਰੀ ਕਰਤਾ ਪੁਰਖ ਦੇ ਨਾਲ ਜੁੜ ਕੇ ਕਿਰਤੀ ਹੋਏਗਾ ਤੇ ਨਾਲ ਉਹਦੀ ਕੀਰਤ ਕਰੇਗਾ। ਕੀਰਤ ਤੇ ਕਿਰਤ ਦਾ ਸੁਮੇਲ ਕੀਤਾ ਗੁਰੂ ਸਾਹਿਬ ਜੀ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਆਪਾਂ ਇਹ ਕੰਮ ਕਰੀਏ, ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿੱਤ ਨਾ ਡੋਲਾਈ। ਧੰਦਾ ਕਰਨਾ ਹੈ, ਕਿਰਤ ਕਰਨੀ ਹੈ, ਲੇਕਿਨ ਉਹਦੇ ਵਿੱਚ ਨੀਂਦ ਨਾ ਆ ਜਾਏ, ਉਹਦੇ ਵਿੱਚ ਹੀ ਨਾ ਖਚਤ ਹੋ ਜਾਈਏ ਵੀ ਸਾਨੂੰ ਆਪਣੇ ਫਰਜ਼ਾਂ ਦਾ ਪਤਾ ਹੀ ਨਾ ਹੋਵੇ, ਆਪਣੇ ਜੀਵਨ ਬਾਰੇ ਸੋਚ ਹੀ ਨਾ ਸਕੀਏ, ਮਨੁੱਖਤਾ ਬਾਰੇ ਸੋਚਣ ਤੋਂ ਮੁਨਕਰ ਹੋ ਜਾਈਏ। ਹਾਟੀ ਬਾਟੀ ਨੀਂਦ ਨਾ ਆਵੇ, ਭਾਵ ਅਗਿਆਨਤਾ ਦੀ ਨੀਂਦ, ਅਵਿਦਿਆ ਦੀ ਨੀਂਦ, ਖਚਤ ਹੋਣ ਦਾ ਆਲਸ, ਇਹ ਕਿਤੇ ਪੈਦਾ ਨਾ ਹੋ ਜਾਏ। ਬਿਨ ਨਾਵੇਂ ਮਨ ਟੇਕ ਨਾ ਟੇਕੀ, ਨਾਨਕ ਭੂਖ ਨਾ ਜਾਏ। ਮਨ ਦਾ ਟਿਕਾ ਪ੍ਰਭੂ ਦੇ ਨਾਮ ਤੋਂ ਬਿਨਾਂ ਨਹੀਂ ਹੋ ਸਕਦਾ। ਮਨ ਦੀ ਤ੍ਰਿਸ਼ਨਾ ਜਿਹੜੀ ਭੁੱਖ ਹੈ ਉਹ ਨਾਮ ਤੋਂ ਬਿਨਾਂ ਨਹੀਂ ਮੁੱਕ ਸਕਦੀ। ਬਿਨ ਨਾਵੇਂ ਮਨ ਟੇਕ ਨਾ ਟੇਕੀ, ਨਾਨਕ ਭੂਖ ਨਾ ਜਾਈ। ਹਟ ਪਟਣ ਘਰ ਗੁਰੂ ਦਿਖਾਇਆ। ਹਟ ਦਾ ਭਾਵ ਜਿੱਥੇ ਵਪਾਰ ਚੱਲਦਾ ਹੋਵੇ। ਸਤਿਗੁਰੂ ਕਹਿੰਦੇ ਇੱਕ ਤਾਂ ਵਪਾਰ ਕਰਦੇ ਹਾਂ ਆਪਾਂ ਕਿਰਤ ਕਰਨ ਵਾਸਤੇ, ਲੇਕਿਨ ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਕਿਨਹੀ ਬਣ ਜਾ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋ ਬਣ ਜਾ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਹਿੰਦੇ ਇਹ ਹਟ ਕੇਵਲ ਗੁਰੂ ਦਿਖਾ ਸਕਦਾ। ਇਹ ਵਪਾਰ ਕਰਨ ਦੀ ਬਿਰਤੀ ਕੇਵਲ ਗੁਰੂ ਬਖਸ਼ਿਸ਼ ਕਰਦਾ ਹੈ। ਪੱਟਣ ਦਾ ਅਰਥ ਸ਼ਹਿਰ, ਉਹ ਘਣਾ ਸ਼ਹਿਰ ਜਿੱਥੇ ਬੈਠ ਕਰਕੇ
सानू रब चेते आवे, जिथे रब दीयां गल्लां कीतियां जाण। जिवें आ गुरु की संगत है ना, एक शहर बसा दिता गुरु ने। सत संगत कैसी जानी है, जिथे एको नाम बखानी है, एको नाम हुक्म है, नानक सतगुर दिया बुझाए जियो। हट पटन घर, घर दा भाव अपना टिकाणा। साडा टिकाणा की एक तो घर असीं बनाया अपने रहन वास्ते, जीवन जीउण वास्ते, लेकिन एक घर है बेगमपुरा शहर को नाओ, दुख अंदो नहीं ते ठाओ। एक अवस्था जीवन दे जिथे जाके बंदा बेगम हो जाता है, दुखों तो मुक्त हो जाता है, सुखी जीवन प्राप्त कर लेंदा है। जिहदे बारे धन गुरु अर्जन पातशाह जी कहते, रोज़ पढ़ के सोया करो, निज घर महल पावो सुख सहजे, बोहर ना होएगो फेरा। ਉਹਦੇ ਅੱਗੇ अरदास करया करो, अंतर जामी पुरख विधाते, शरदा मन की पूरे, नानक दास यह सुख मांगै, मोको कर संतन की धूरे। ये अवस्था घर की अवस्था, निज घर की अवस्था, निज स्वरूप की अवस्था, इस घर दे विच टिक जाना, जिन्हों असीं सहज घर कहते हैं। हट पटन घर गुरु दिखाया, सहजे सच वपारो, खंडत निंद्रा अल्प आहारंग, नानक तत् विचारो। कहते घट खाना, जे घट खावांगे तां ही दूजे नाल कुछ शेयर करांगे। जे बंदा सारा कुछ आप ही हड़प कर जाए, दूजे नूं की देवेगा, वंड के किवें छकेगा। सतगुरु कहते इस करके अल्प आहार, अपनी जिंदगी विच सुलपसी निंद्रा वाली जीवन जाच प्राप्त करनी है। खंडत निंद्रा, घट सोना, अल्प आहारंग, नानक तत्त विचारो। कहते जिंदगी का यह तत्त विचार अपने जीवन का आधार बनाओ। थानू घर त्यागण की जरूरत नहीं, थानू बच्चे त्यागण की जरूरत नहीं। धन गुरु तेग बहादुर पातशाह जी के सामने जदों ये मसला आया, आप जी ने वेख्या बड़े बड़े साधु कहाउण वाले, महापुरुष कहाउण वाले, संत कहाउण वाले, ब्रह्म ज्ञानी कहाउण वाले घर तो बागी होके बैठे, परिवार तो समाज तो बागी होके बैठे। जदों सतगुरु तेग बहादुर साहब जी की बाणी श्री गुरु ग्रंथ साहब विच सब तो पहला शब्द दर्ज होया, सतगुरु जी ने गलबात ही इत्थों शुरू की। कहते साधो मन का मान त्यागो, काम क्रोध संगत दुरजन कीता ते ऐनस भागो। थानू बच्चे त्यागण की जरूरत नहीं सी, घर बार त्यागण की जरूरत नहीं सी, हंकार त्यागण की जरूरत सी। पहला भी तुसी हंकार करदे सो भी असीं बहुत कुछ इकट्ठा किया, फिर त्याग दिता, फिर वह हंकार किया, मैं ना त्याग के आ गया। हंकार पहला भी बनया रहा तो हुण हंकार होर दुगना चौगना हो गया। तीर्थ यात्रावां कीतियां, वह हंकार पैदा हो गया। पुण्यदान किया, वह हंकार पैदा हो गया। सतगुरु कहते जे त्यागना है साधो मन का मान त्यागो, काम क्रोध संगत दुरजन कीता ते ऐनस भागो। फिर भगत कबीर साहब जी ने जो श्लोक उच्चारण किए, सब तो अखीरला श्लोक, जो ग्रह करे तत् धर्म कर, नाही तां कर बैराग। जे तू घरेलू जिंदगी जी रहा ना, जिन्हों फैमिली लाइफ कहते आपां, परिवारक जिंदगी जी रहे हैं, गृहस्थ जीवन में रह के जी रहे हैं, जो ग्रह करें तो धर्म कर। धर्म का अर्थ अपने फर्जा की पहचान कर, अपने फर्जा प्रति अवेसला ना हो। सानू तीन गल्लां बख्शिश कीतियां, नाम दान इशनान। नाम का भाव की रब प्रति साडा जो फर्ज है उसनूं निभाउणा। रब प्रति की फर्ज है कि रब नूं हाज़र नाज़र समझना, रब का सिमरन करना। साथ साथ सिमरो गोबिंद, मन अंतर की उतरै चिंद। जां जां पेखों तां हजूर दूर कतो ना जाई। मन में ये एहसास करना कि रब मेरे नाल है ते रब हर थां दे उत्ते हाज़र नाज़र है, मैनूं वेख रहा हो। ये रब प्रति फर्ज। दान का भाव की मनुखता प्रति फर्ज। जिमें वंड के छकण की गल आ गई, विच दुनिया सेव कमाईए तो दरगाह वैसन पाईए। और इशनान का की फर्ज है, भाव है। इशनान का भाव है अपने प्रति फर्ज। अंदरों ते बाहरों इको जिहा होना। मन साचा मुख साचा सोए, अवर न पेखै एक सविन कोए। नानक ये लक्षण ब्रह्म ज्ञानी होए। सतगुरु कहते ये नामदान इशनान परमात्मा प्रति साडे जो फर्ज ने और समाज प्रति साडे जो फर्ज ने,
फिर ਇਹਦੇ ਨਾਲ ਆਪਣੇ ਪ੍ਰਤੀ ਜੋ ਫਰਜ਼ ਨੇ, ਆਪਣੀ ਜੀਵਨ ਦੀ ਸੰਭਾਲ ਕਰਨੀ, ਸੱਚ ਦਾ ਜੀਵਨ ਜਿਉਣਾ, ਪਰਿਵਾਰਕ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ, ਮਾਤਾ ਪਿਤਾ ਦੀ ਸੇਵਾ ਕਰਨੀ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ, ਸਰਬੱਤ ਦੇ ਭਲੇ ਵਾਸਤੇ ਤਤਪਰ ਰਹਿਣਾ। ਭਗਤ ਕਬੀਰ ਜੀ ਕਹਿੰਦੇ ਇਹ ਧਰਮ, ਇਹ ਫਰਜ਼, ਇਹ ਜੀਵਨ ਜਾਚ, ਇਹ ਤੋਂ ਅਵੇਸਲਾ ਨਾ ਹੋ। ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਆਪਣੇ ਜੀਵਨ ਦੇ ਵਿੱਚ ਜੋ ਖਚਤ ਹੋਣਾ, ਮਾਇਆ ਦੇ ਜੋ ਵਿਕਾਰ ਨੇ, ਉਹਨੂੰ ਤਿਆਗ ਦੇ, ਉਹਦੇ ਪ੍ਰਤੀ ਬੈਰਾਗ ਪੈਦਾ ਕਰ। ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ। ਜੇ ਬੈਰਾਗੀ ਬਣ ਗਿਆ, ਘਰ-ਬਾਰ ਤਿਆਗ ਦਿੱਤਾ, ਮੁੜ ਕੇ ਫੇਰ ਬੰਧਨਾਂ 'ਚ ਪਿਆ ਰਿਹਾ। ਸਾਰਾ ਦਿਨ ਰੋਟੀ ਬਾਰੇ ਸੋਚੀ ਗਿਆ ਵੀ ਕਿੱਥੋਂ ਮਿਲੇਗੀ, ਕੱਪੜੇ ਬਾਰੇ ਸੋਚੀ ਗਿਆ ਕਿੱਥੋਂ ਮਿਲੇਗੀ, ਚੇਲੇ ਬਣਾਉਣ ਵਾਸਤੇ ਸੋਚੀ ਗਿਆ, 2-4 ਬੱਚੇ ਤਿਆਗ ਦਿੱਤੇ ਘਰ ਦੇ ਤੇ ਸੈਂਕੜੇ ਚੇਲੇ ਬਣਾ ਕੇ ਬਹਿ ਗਿਆ। 100 ਗਜ ਦਾ ਪਲਾਟ ਤਿਆਗ ਦਿੱਤਾ, 10 ਕਿੱਲਿਆਂ 'ਚ ਡੇਰਾ ਬਣਾ ਕੇ ਬਹਿ ਗਿਆ, ਕਿਉਂਕਿ ਉਹ ਭਾਵਨਾ ਖਤਮ ਨਹੀਂ ਹੋਈ। ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ। ਕਹਿੰਦੇ ਉਹਦੇ ਨਾਲ ਦਾ ਬਦਕਿਸਮਤ ਬੰਦਾ ਸੰਸਾਰ ਵਿੱਚ ਨਹੀਂ ਹੋ ਸਕਦਾ, ਜਿਹੜਾ ਬੈਰਾਗ ਕਰਨ ਤੋਂ ਬਾਅਦ ਵੀ ਬੰਧਨਾਂ 'ਚ ਪਿਆ ਰਹਿੰਦਾ। ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਰਹੇ ਨੇ। ਮਨ ਰੇ हे ਮੇਰੇ ਮਨ, ਗ੍ਰਹਿ ਮਾਹੇ ਉਦਾਸ, ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ। ਸ੍ਰੀ ਰਾਗ ਮਹਿਲਾ ਤੀਜਾ। ਇਹਦਾ ਭਾਵ ਇਹ ਸ਼ਬਦ ਸ੍ਰੀ ਰਾਗ ਦੇ ਅੰਦਰ 2 ਨੰਬਰ ਦੇ ਰੂਪ ਦੇ ਵਿੱਚ ਤੀਸਰੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਬਹੁ ਭੇਖ ਕਰ ਭਰਮਾਈਐ, ਮਨ ਹਿਰਦੈ ਕਪਟ ਕਮਾਏ। ਸਤਿਗੁਰੂ ਕਹਿੰਦੇ ਬਹੁਤ ਸਾਰੇ ਲੋਕ ਵਿਖਾਵੇ ਦੇ ਭੇਖ ਕਰਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰਦੇ ਨੇ ਤੇ ਆਪਣੇ ਹਿਰਦੇ ਵਿੱਚ ਹਮੇਸ਼ਾ ਕਪਟ, ਫਰੇਬ, ਧੋਖਾ ਕਮਾਉਂਦੇ ਰਹਿੰਦੇ ਨੇ। ਇਹ ਗੰਦਗੀ ਇਕੱਠੀ ਕਰਕੇ ਰਹਿੰਦੇ ਨੇ। ਭੇਖ ਕਿਸੇ ਦੀ ਵੀ ਪਹਿਚਾਣ ਹੈ। ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਆਪਣੇ ਆਪਣੇ ਸਕੂਲ ਦੀ ਵਰਦੀ ਹੁੰਦੀ ਹੈ। ਵਰਦੀ ਪਰਪਜ ਨਹੀਂ ਹੈ, ਵਰਦੀ ਮਨੋਰਥ ਨਹੀਂ ਹੈ। ਵਰਦੀ ਇੱਕ ਪਹਿਚਾਣ ਹੈ, ਇੱਕ ਆਇਡੈਂਟੀਟੀ ਹੈ। ਜਿਸ ਸਕੂਲ ਦੇ ਬੱਚੇ ਚੰਗੇ ਬ੍ਰਿਗੇਡੀਅਰ ਬਣਦੇ ਨੇ, ਚੰਗੇ ਡਾਕਟਰ ਬਣਦੇ ਨੇ, ਚੰਗੇ ਇੰਜੀਨੀਅਰ ਬਣਦੇ ਨੇ, ਉਸ ਸਕੂਲ ਦੀ ਵਰਦੀ ਲੋਕ ਆਪੇ ਪਹਿਨਦੇ ਨੇ। ਆਰਮੀ ਵਿੱਚ ਜਦੋਂ ਬੰਦਾ ਭਰਤੀ ਹੁੰਦਾ ਹੈ, ਸਿਲੈਕਸ਼ਨ ਹੁੰਦੀ, ਸਭ ਤੋਂ ਪਹਿਲੇ ਨੰਬਰ ਦੇ ਉੱਤੇ ਵਰਦੀ ਉਹਨੂੰ ਭੇਖ ਦਿੱਤਾ ਜਾਂਦਾ ਵੀ ਤੂੰ ਆਪਣੀ ਪਹਿਚਾਣ ਬਣਾ ਕੇ ਰੱਖਣੀ ਹੈ। ਫਿਰ ਰੈਂਕ ਦੇ ਮੁਤਾਬਕ ਉਹਨਾਂ ਦੇ ਸਟਾਰ ਨੇ। ਪੁਲਿਸ ਮਹਿਕਮਾ, ਉਹਦੇ ਵਿੱਚ ਬਕਾਇਦਾ ਭੇਖ ਨੂੰ ਤਰਜੀਹ ਦਿੱਤੀ ਜਾਂਦੀ ਹੈ। SSP ਦੀ ਪਹਿਚਾਣ ਉਹਦੇ ਭੇਖ ਤੋਂ ਹੈ, DSP ਦੀ ਪਹਿਚਾਣ ਉਹਦੇ ਭੇਖ ਤੋਂ ਹੈ, ਸਿਪਾਹੀ ਦੀ ਪਹਿਚਾਣ ਉਹਦੇ ਭੇਖ ਤੋਂ ਹੈ। ਔਰ ਮੈਂ ਤਾਂ ਇੱਥੋਂ ਤੱਕ ਗੱਲ ਕਰਾਂਗਾ ਕਿ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਚਾਣ ਬਣਾਉਣ ਵਾਸਤੇ ਇੱਕ ਖਾਸ ਭੇਖ ਧਾਰਨ ਕਰਕੇ ਤੁਰੇ। ਸਤਿਗੁਰੂ ਪਾਤਸ਼ਾਹ ਚੜਿਆ ਸੋਧਣ ਧਰਤ ਲੁਕਾਈ। ਲੇਕਿਨ ਭੇਖ ਦੇ ਨਾਲ ਜੇਕਰ ਅੰਦਰੋਂ ਜੋ ਭੇਖ ਪਹਿਨਿਆ, ਜਿਹੜੀ ਵਰਦੀ ਪਹਿਨੀ ਹੈ, ਕਈ ਵਾਰੀ ਅਸੀਂ ਇਹ ਸੁਣਦੇ ਆ ਨਾ, ਫਲਾਨੀ ਥਾਂ ਦੇ ਉੱਤੇ ਨਕਲੀ ਥਾਣੇਦਾਰ ਫੜਿਆ ਗਿਆ, ਨਕਲੀ SP ਫੜਿਆ ਗਿਆ, DSP ਫੜਿਆ ਗਿਆ। ਵਰਦੀ ਪਾਈ ਹੈ ਲੇਕਿਨ ਆਥੋਰਾਈਜ਼ਡ ਨਹੀਂ ਹੋ, ਪ੍ਰਵਾਨਿਤ ਨਹੀਂ ਹੋ। ਇਵੇਂ ਬਹੁਤ ਸਾਰੇ ਲੋਕ ਧਰਮ ਦੀ ਦੁਨੀਆ ਵਿੱਚ ਭੇਖ, ਕੱਪੜੇ, ਵਸਤਰ, ਧਾਰਮਿਕ ਜ਼ਿੰਦਗੀ ਦੇ ਪਾ ਕੇ ਬੈਠੇ ਨੇ, ਲੇਕਿਨ ਅੰਦਰੋਂ ਕੀ ਨੇ? ਸਤਿਗੁਰੂ ਕਹਿੰਦੇ ਮਨ ਹਿਰਦੈ ਕਪਟ ਕਮਾਏ। ਮਨ ਵਿੱਚ, ਹਿਰਦੇ ਵਿੱਚ ਬਹੁਤ ਸਾਰਾ ਕਪਟ ਲੈ ਕੇ ਬਹਿੰਦੇ ਹੋ। ਉਹਨਾਂ ਦੀ ਹਾਲਤ ਕਿੱਦਾਂ ਦੀ ਹੁੰਦੀ? ਉਹ ਆਪਣੀ ਜ਼ਿੰਦਗੀ ਵਿੱਚ ਹਰ ਕਾ ਮਹਿਲ ਨਾ ਪਾਵੇ, ਮਰ ਵਿਸ਼ਟਾ ਮਾਹੇ ਸਮਾਏ। ਉਹ ਹਰੀ ਦਾ ਮਹਿਲ ਜੋ ਟਿਕਾਣਾ ਹੈ, ਜਿਹਦੇ ਵਿੱਚ ਅਸੀਂ ਦਾਖਲ ਹੋਣਾ, ਜਿੱਥੇ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ, ਜਿਹਦੇ ਨਾਲ ਜੁੜਨਾ ਹੈ, ਨਾ ਪਾਵੇ, ਉਹਦੀ ਪ੍ਰਾਪਤੀ ਨਹੀਂ ਹੁੰਦੀ। ਮਨ ਹਿਰਦੈ ਕਪਟ ਕਮਾਏ ਤੇ ਮਰ ਵਿਸ਼ਟਾ ਮਾਹੇ ਸਮਾਏ। ਤੇ ਉਹ ਵਿਕਾਰਾਂ ਦੀ ਗੰਦਗੀ ਵਿੱਚ ਹੀ, ਮਲ ਵਿੱਚ ਹੀ ਸਮਾਇਆ ਰਹਿੰਦਾ ਹੈ। ਜਦੋਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਸੇਵਾ ਸੰਭਾਲੀ, ਗੁਰੂ ਪਿਤਾ ਜੀ ਨੇ ਬਖਸ਼ਿਸ਼ ਕੀਤੀ, ਕਿਉਂਕਿ ਆਗਿਆਕਾਰੀ ਗੁਰੂ ਅਰਜਨ ਪਾਤਸ਼ਾਹ ਜਿਸ ਪੱਧਰ ਦੇ ਉੱਤੇ ਹੋਏ, ਬਾਬਾ ਪਿਰਥੀਆ ਜੀ ਉਹ ਗੱਲ ਨਹੀਂ ਸਮਝ ਸਕੇ। ਔਰ ਬਾਬਾ ਪਿਰਥੀਆ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਾਹਮਣੇ ਵੀ ਕਈ ਵਾਰੀ ਅਵਾ ਤਵਾ ਬੋਲਦੇ ਆ। ਸਤਿਗੁਰੂ ਪਾਤਸ਼ਾਹ ਜੀ ਨੂੰ ਸੰਬੋਧਨ ਕਰਕੇ ਗੱਲ ਕਰਨੀ ਪੈਂਦੀ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਓ ਝਗਰਤ ਪਾਪ। ਔਰ ਜਦੋਂ ਗੁਰਤਾ ਗੱਦੀ ਵਾਸਤੇ ਪੇਸ਼ ਨਾ ਗਈ ਤੇ ਬਾਬਾ ਪਿਰਥੀਆ ਜੀ ਨੇ ਨਾਕਾਬੰਦੀ ਲਾ ਦਿੱਤੀ। ਜਿਹੜੀ ਕਾਰਪੇਟ ਆਣੀ ਆਪ ਉਗਰਾ ਲੈਣੀ,
ਤੇ ਲੰਗਰ ਛਕਣ ਵਾਸਤੇ, ਰਿਹਾਇਸ਼ ਵਾਸਤੇ, ਹੋਰ ਕਾਰਜਾਂ ਵਾਸਤੇ, ਹੋਰ ਪ੍ਰਬੰਧ ਵਾਸਤੇ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਭੇਜ ਦੇਣਾ ਸੰਗਤ ਨੂੰ। ਲੰਗਰ ਦੀ ਹਾਲਤ ਬੜੀ ਖਸਤਾ ਹੋ ਗਈ, ਛੋਲਿਆਂ ਦੀ ਮੁੱਠੀ ਤੱਕ ਪਹੁੰਚ ਗਈ ਗੱਲ। ਲੇਕਿਨ ਸਤਿਗੁਰੂ ਅਰਜਨ ਪਾਤਸ਼ਾਹ ਜੀ ਨੇ ਯਤਨ ਕੀਤਾ ਕਿ ਲੰਗਰ ਦੀ ਪ੍ਰਥਾ ਨੂੰ, ਹੋਰ ਜੋ ਮਰਜ਼ਾਦਾ ਸੀ ਉਹਨੂੰ ਬੰਦ ਨਹੀਂ ਹੋਣ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਉਸ ਵੇਲੇ ਆਗਰੇ ਦੇ ਇਲਾਕੇ ਵਿੱਚ, ਯੂਪੀ ਦੇ ਇਲਾਕੇ ਵਿੱਚ, ਬਨਾਰਸ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ। ਉਹਨਾਂ ਨੂੰ ਪਤਾ ਲੱਗਿਆ, ਵਾਪਸ ਆਏ। ਵਾਪਸ ਆ ਕੇ ਹਾਲਾਤ ਵੇਖੇ, ਹੈਰਾਨ ਹੋ ਗਏ। ਤੇ ਆਪ ਜੀ ਨੇ ਫਿਰ 36 ਨੰਬਰ ਵਾਰ ਉਚਾਰਨ ਕੀਤੀ, ਜਿਹਦੇ ਵਿੱਚ ਮੀਣਿਆਂ ਪ੍ਰਤੀ ਜੋ ਆਪਣੀ ਭਾਵਨਾ ਸੀ ਉਹ ਪ੍ਰਗਟ ਕੀਤੀ। ਮੀਣੇ ਦਾ ਅਰਥ ਹੈ ਕਪਟੀ, ਚੀਟਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿਹੜਾ ਲੋਕਾਂ ਨਾਲ ਧੋਖਾ ਕਰਦਾ ਹੋਵੇ, ਹੇਰਾਫੇਰੀ ਕਰਦਾ ਹੋਵੇ। ਉਹਨਾਂ ਨੇ ਫਿਰ ਜਿਵੇਂ ਤੰਤਰ ਸ਼ਾਸਤਰ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ ਨਾ, ਕਈ ਕਹਾਣੀਆਂ ਨੇ, ਇਸ ਪੱਧਰ ਦੇ ਉੱਤੇ ਵੀ ਗੱਲ ਕੀਤੀ। ਕਹਿਣ ਲੱਗੇ ਇਹਨਾਂ ਦੀ ਹਾਲਤ ਕਪਟੀਆਂ ਦੀ, ਫਰੇਬੀਆਂ ਦੀ ਕਿੱਦਾਂ ਦੀ ਹੈ। ਇੱਕ ਗਿੱਦੜ ਕਿਤੇ ਜੰਗਲ ਤੋਂ ਭੱਜ ਕੇ ਸ਼ਹਿਰ ਵੱਲ ਨੂੰ ਆਇਆ। ਕੁਦਰਤੀ ਨਿਲਾਰੀ ਦਾ ਮੱਟ ਪਿਆ ਸੀ, ਦੁਕਾਨ ਸੀ ਨਿਲਾਰੀ ਦੀ, ਕੱਪੜੇ ਰੰਗਣ ਦੀ। ਮੱਟ ਵਿੱਚ ਪਾਣੀ ਦੇ ਵਿੱਚ ਰੰਗ ਘੋਲਿਆ ਪਿਆ ਸੀ, ਉਹ 'ਚ ਡਿੱਗ ਪਿਆ। ਉਹ ਜਦੋਂ ਡਿੱਗਿਆ ਤੇ ਰੰਗਿਆ ਗਿਆ। ਚਲਾਕ ਸੀ, ਕਪਟੀ ਸੀ, ਉਹਨੇ ਸੋਚਿਆ ਹੁਣ ਮੇਰਾ ਕੰਮ ਬੜਾ ਬਣ ਗਿਆ, ਮੈਂ ਹੁਣ ਜੰਗਲ ਵਿੱਚ ਜਾਵਾਂਗਾ, ਬੜੀ ਟੌਰ ਨਾਲ ਲੋਕਾਂ ਦੇ ਉੱਤੇ, ਜਾਨਵਰਾਂ ਦੇ ਉੱਤੇ ਆਪਣਾ ਰਾਜ ਚਲਾਵਾਂਗਾ, ਹਕੂਮਤ ਚਲਾਵਾਂਗਾ। ਨਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਗਿੱਦੜ ਦਾ ਭਾਵ ਜੈਕਲ। ਜੰਗਲ ਅੰਦਰ ਜਾਏ ਕੇ ਪਖੰਡ ਕਮਤਾ, ਦਰ ਸੇਵੈ ਮਿਰਗਾਵਲੀ ਹੋਏ ਬਹਿ ਅਵਤਾ। ਮਿਰਗਾਵਲੀ ਦਾ ਭਾਵ ਹਿਰਨ ਆਦਿਕ ਜਾਨਵਰ ਜਿਹੜੇ ਨੇ ਵਿਚਾਰੇ ਥਰ ਥਰ ਕੰਬ ਰਹੇ ਵੀ ਬਾਦਸ਼ਾਹ ਨਵਾਂ ਆ ਗਿਆ, ਹਕੂਮਤ ਬਦਲ ਗਈ। ਇਸ ਕਰਕੇ ਦਰ ਸੇਵੇ ਮਿਰਗਾਵਲੀ ਉਹ ਖੜੇ ਹੋ ਕੇ ਬੜੀ ਸੇਵਾ ਕਰ ਰਹੇ ਹੈ। ਹੋਏ ਬਹਿ ਅਵਤਾ, ਬੜਾ ਚੌੜਾ ਹੋ ਕੇ ਬਹਿੰਦਾ, ਬਹੁਤ ਹੰਕਾਰੀ ਹੋ ਕੇ ਬਹਿੰਦਾ ਹੈ। ਕਰੇ ਹਕੂਮਤ ਅਗਲੀ ਕੂੜੇ ਮਦ ਮੱਤਾ, ਝੂਠੇ ਮਦ ਵਿੱਚ, ਨਸ਼ੇ ਵਿੱਚ, ਜਿਵੇਂ ਕੋਈ ਨਸ਼ੇੜੀ ਹੁੰਦਾ ਨਾ, ਉਹਨੂੰ ਹੋਸ਼ ਹਵਾਸ ਨਹੀਂ ਹੁੰਦੀ, ਇਵੇਂ ਰਾਜ ਮਦ ਦੇ ਵਿੱਚ ਮਤਿਆ ਹੋਇਆ ਹਕੂਮਤ ਕਰ ਰਿਹਾ ਹੈ। ਪਰ ਹੋਇਆ ਕੀ, ਉਹਦੇ ਸਾਥੀ ਆ ਗਏ। ਬੈਠਾ ਸੀ ਨਾ ਸ਼ੇਰ ਬਣ ਕੇ, ਭੇਖ ਧਾਰਨ ਕਰਕੇ ਸ਼ੇਰ ਦਾ ਬਾਦਸ਼ਾਹ ਬਣ ਕੇ ਬੈਠਾ ਸੀ। ਸਾਥੀ ਆ ਕੇ ਜਦੋਂ ਬਾਕੀ ਗਿੱਦੜ ਆਏ ਨਾ, ਉਹ ਬੋਲਣ ਲੱਗ ਪਏ ਤੇ ਫਿਰ ਉਹ ਤੋਂ ਰਿਹਾ ਨਾ ਗਿਆ। ਬੋਲਣ ਕਾਜ ਵਿਗਾੜਿਆ, ਬੋਲਣ ਪਾਜ ਉਗਾੜਿਆ, ਜਿਉਂ ਮੂਲੀ ਪੱਤਾ। ਜਿਵੇਂ ਕਿਸੇ ਨੇ ਮੂਲੀ ਖਾਧੀ ਹੋਵੇ ਨਾ, ਉਹਦੇ ਮੂੰਹ ਤੋਂ ਸਮੈਲ ਆਉਂਦੀ ਹੈ, ਉਹ ਪ੍ਰਗਟ ਹੋ ਜਾਂਦੀ, ਇਵੇਂ ਉਹਦਾ ਪਾਜ ਉਗੜ ਗਿਆ। ਤੇ ਤਿਉਂ ਦਰਗਹਿ ਮੀਣਾ ਮਾਰੀਏ ਕਰ ਕੂੜਕ ਪੱਤਾ। ਜਿਹੜੇ ਕਪਟੀ ਲੋਕ ਨੇ ਨਾ, ਹੇਰਾਫੇਰੀ ਕਰਨ ਵਾਲੇ, ਕੇਵਲ ਬਾਹਰਲਾ ਭੇਖ ਬਣਾਉਣ ਵਾਲੇ, ਉਹਨਾਂ ਦੀ ਹਾਲਤ ਫਿਰ ਇਸ ਗਿੱਦੜ ਵਰਗੀ ਹੁੰਦੀ। ਇਸ ਕਪਟ ਦੇ ਨਾਲ ਉਹ ਇਸ ਤਰ੍ਹਾਂ ਲਪੇਟੇ ਜਾਂਦੇ ਫਿਰ ਆਪਣੇ ਜਾਲ ਦੇ ਵਿੱਚ। ਤਿਉਂ ਦਰਗਹਿ ਮੀਣਾ ਮਾਰੀਏ ਕਰ ਕੂੜਕ ਪੱਤਾ। ਇਹ ਪੌੜੀਆਂ ਸੁਚੇਤ ਕਰਨ ਵਾਸਤੇ ਗੁਰੂ ਦਮ ਤੋਂ, ਪਖੰਡੀ ਦੇਹ ਧਾਰੀਆਂ ਤੋਂ ਸਾਨੂੰ ਅਲਰਟ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਇਹਨਾਂ ਲੋਕਾਂ ਦੀ ਹਾਲਤ ਕਿੱਦਾਂ ਦੀ ਹੈ। ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਬਹੁ ਭੇਖ ਕਰ ਭਰਮਾਈਐ। ਬਹੁਤ ਸਾਰੇ ਲੋਕ ਭੇਖ ਧਾਰਨ ਕਰਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰਦੇ ਨੇ, ਝੂਠ ਵਿੱਚ ਫਸਾਉਣ ਦਾ ਯਤਨ ਕਰਦੇ ਨੇ। ਮਨ ਹਿਰਦਾ ਕਪਟ ਕਮਾਏ, ਮਨ ਵਿੱਚ, ਹਿਰਦੇ ਵਿੱਚ ਕਪਟ ਕਮਾਉਂਦੇ ਹਨ। ਹਰ ਕਾ ਮਹਿਲ ਨਾ ਪਾਵੇ, ਉਹ ਹਰੀ ਦਾ ਜੋ ਮਹਿਲ ਹੈ, ਟਿਕਾਣਾ ਹੈ, ਉਹਦੇ ਚਰਨ ਹਨ, ਸੁਖਦਾਈ ਹਨ, ਉਹ ਫਿਰ ਪ੍ਰਾਪਤ ਨਹੀਂ ਕਰ ਸਕਦੇ। ਮਰ ਆਤਮਿਕ ਮੌਤੇ ਮਰ ਕੇ ਬਿਸ਼ਟਾ ਮਾਹੇ ਸਮਾਏ, ਉਹ ਵਿਕਾਰਾਂ ਦੀ ਬਿਸ਼ਟਾ ਵਿੱਚ, ਵਿਕਾਰਾਂ ਦੀ ਗੰਦਗੀ ਵਿੱਚ ਸਮਾਈ ਰਹਿੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ, ਮੈਂ ਮਨੁੱਖਤਾ ਨੂੰ ਇਹ ਸਲਾਹ ਦਿੰਦਾ, ਮਨ ਰੇ ਗ੍ਰੇਹੀ ਮਾਹੇ ਉਦਾਸ, ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ। ਰਹਾਓ ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਘਰੈ ਮੈਂ ਪਾਏ। ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਮਨ ਨੂੰ ਜਿੱਤ ਲਿਆ। ਗੁਰੂ ਸਾਹਿਬ ਕਹਿੰਦੇ ਸਾਨੂੰ ਹਥਿਆਰ ਚੁੱਕ ਕੇ ਤੁਰਨ ਦੀ ਜ਼ਰੂਰਤ ਨਹੀਂ। ਜਿਵੇਂ ਸਿਕੰਦਰ ਕਹਿੰਦਾ ਸੀ, ਮੈਂ ਪੂਰੇ ਵਿਸ਼ਵ ਨੂੰ ਜਿੱਤਣਾ, ਮੈਂ ਵਿਸ਼ਵ ਜੇਤੂ ਬਣਨਾ ਹੈ। ਔਰੰਗਜ਼ੇਬ ਨੇ ਆਪਣੇ ਆਪ ਨੂੰ ਆਲਮਗੀਰੀ ਕਿਹਾ। ਜਹਾਂਗੀਰ, ਜਿਹਦਾ ਨਾਂ ਸਲੀਮ ਸੀ, ਆਪਣੇ ਆਪ ਨੂੰ ਜਹਾਂਗੀਰ ਕਹਿੰਦਾ ਸੀ। ਜਹਾਂਗੀਰ ਦਾ ਭਾਵ ਪੂਰੇ ਜਹਾਨ ਨੂੰ ਆਪਣੀ ਪਕੜ 'ਚ ਲੈਣ ਵਾਲਾ। ਆਲਮਗੀਰ ਦਾ ਭਾਵ ਪੂਰੇ ਸੰਸਾਰ ਨੂੰ ਆਪਣੀ ਪਕੜ 'ਚ ਲੈਣ ਵਾਲਾ। ਇਹ ਆਪਣੇ ਲਕਬ ਰੱਖੇ ਉਹਨਾਂ ਲੋਕਾਂ ਨੇ ਕਿ ਅਸੀਂ ਸੰਸਾਰ ਦੇ ਜੇਤੂ ਬਣਨਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੇ ਮੱਤ ਨੇ ਸਾਨੂੰ ਬੜਾ ਸੌਖਾ ਰਸਤਾ ਦਿੱਤਾ। ਕਹਿੰਦੇ ਮਨ ਜੀਤੈ ਜਗ ਜੀਤ। ਜੇ ਤੁਸੀਂ ਜਗਤ ਦੇ ਜੇਤੂ ਬਣਨਾ ਨਾ, ਤੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰੋ।
ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਆਪਣੀ ਜ਼ਿੰਦਗੀ ਵਿੱਚ ਤੁਸੀਂ ਜਿੱਤ ਸਕਦੇ ਹੋ ਜੇਕਰ ਆਪਣੇ ਜੀਵਨ ਦੇ ਵਿੱਚ ਆਪਣੇ ਤੇ ਕਾਬੂ ਪਾ ਲਓ, ਮਨ ਦੇ ਉੱਤੇ ਕਾਬੂ ਪਾ ਲਓ। ਤੇ ਮਨ ਕਾਬੂ ਕਿਵੇਂ ਆਣਾ ਹੈ? ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਦੀ ਰਾਹੀਂ ਮਨ ਜੀਤਿਆ ਗਤ। ਗਤ ਦਾ ਭਾਵ ਉੱਚੀ ਆਤਮਿਕ ਅਵਸਥਾ। ਮੁਕਤ, ਮੁਕਤੀ ਮਰਨ ਤੋਂ ਬਾਅਦ ਨਹੀਂ ਜਿਸ ਤਰ੍ਹਾਂ ਦੀ ਲੋਕ ਸੋਚਦੇ ਆ, ਬਲਕਿ ਮੁਕਤੀ ਦਾ ਭਾਵ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਪ੍ਰਭੂ ਦੀ ਆਗਿਆ ਦੇ ਨਾਲ, ਭਾਣੇ ਦੇ ਨਾਲ ਹਿਤ ਕਰਨਾ, ਪਿਆਰ ਕਰਨਾ, ਉਹਨੂੰ ਸਤ ਕਰਕੇ ਮੰਨਣਾ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਅਨੰਤ ਨਹੀਂ ਵਿਯੋਗ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਅੰਮ੍ਰਿਤ ਦਾ ਭਾਵ ਸੁੱਖ ਤੇ ਵਿਖ ਦਾ ਭਾਵ ਦੁੱਖ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਜੋ ਪ੍ਰਮਾਤਮਾ ਵਰਤਾ ਰਿਹਾ ਉਹਨੂੰ ਜੁਗਤੀ ਮੰਨਣਾ, ਭਲੇ ਵਾਸਤੇ ਮੰਨਣਾ, ਸੱਚ ਵਾਸਤੇ ਮੰਨਣਾ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਹੀ ਹੈ ਜੀਵਨ ਮੁਕਤ। ਕਹਿੰਦੇ ਜਿਹੜਾ ਬੰਦਾ ਇਹ ਕੁਆਲਿਟੀ ਆਪਣੇ ਅੰਦਰ ਪੈਦਾ ਕਰਦਾ ਨਾ, ਗੁਣ ਪੈਦਾ ਕਰਦਾ ਹੈ, ਆਹ ਜੀਵਨ ਜਿਉਂਦਾ ਹੈ, ਉਸ ਮਨੁੱਖ ਨੂੰ ਜੀਵਨ ਮੁਕਤੀ ਪ੍ਰਾਪਤ ਹੋ ਜਾਂਦੀ। ਗਤ ਮੁਕਤ, ਉਹਨੂੰ ਫਿਰ ਘਰ ਤਿਆਗਣ ਦੀ ਜ਼ਰੂਰਤ ਨਹੀਂ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਉਹ ਘਰ ਵਿੱਚ ਰਹਿੰਦਾ ਹੋਇਆ ਹੀ ਆਪਣੇ ਜੀਵਨ ਨੂੰ ਐਡਾ ਪਵਿੱਤਰ ਕਰ ਲੈਂਦਾ ਹੈ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰ ਗਾਈ ਨੈ ਸਾਣੈ। ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੈ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਘਰੈ ਮੈਂ ਪਾਏ। ਉਹਨਾਂ ਨੇ ਉੱਚ ਆਤਮਿਕ ਅਵਸਥਾ ਤੇ ਮੁਕਤੀ ਆਪਣੇ ਘਰ ਵਿੱਚ ਰਹਿ ਕੇ ਹੀ ਪ੍ਰਾਪਤ ਕਰ ਲਈ। ਇਸ ਕਰਕੇ ਸਤਿਗੁਰੂ ਕਹਿੰਦੇ ਫਿਰ ਇਹ ਪ੍ਰਾਪਤ ਕਰਨ ਵਾਸਤੇ ਕੀ ਕਰਨਾ ਹੋਰ? ਹਰਿ ਕਾ ਨਾਮ ਧਿਆਈਐ, ਪਰਮਾਤਮਾ ਦਾ ਨਾਮ ਧਿਆਈਏ। ਕਹਿੰਦੇ ਹੁਣ ਨਾਮ ਕਿਵੇਂ ਧਿਆਇਆ ਜਾਏ? ਅਸੀਂ ਜਾ ਕੇ ਪੁੱਛਦੇ ਹਾਂ ਵੀ ਸਾਨੂੰ ਦੱਸੋ ਨਾਮ ਕਿਵੇਂ ਸਿਮਰਨਾ ਹੈ। ਕੋਈ ਸਾਨੂੰ ਕਹਿੰਦਾ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਲੱਖ ਵਾਰੀ ਲਿਖ ਲਓ, ਫਿਰ ਉਹਦਾ ਲੱਖ 2 ਲੱਖ ਵਾਰੀ ਉਚਾਰਨ ਕਰ ਲਓ। ਸਾਡੀ ਹਾਲਤ ਕਈ ਵਾਰੀ ਇਸ ਤਰ੍ਹਾਂ ਦੀ ਹੁੰਦੀ ਜਿਵੇਂ ਪੰਜਾਬੀ ਟੀਚਰ ਕੋਲ ਜਾ ਕੇ ਫਿਜ਼ਿਕਸ ਪੜ੍ਹਨ ਦੀ ਗੱਲ ਕਰੀਏ, ਉਹਨੂੰ ਕਹੀਏ ਸਾਨੂੰ ਕੈਮਿਸਟਰੀ ਪੜ੍ਹਾ ਹਿੰਦੀ ਵਾਲੇ ਨੂੰ। ਜਿਹੜਾ ਹਿੰਦੀ ਦਾ ਟੀਚਰ ਹੈ ਹਿੰਦੀ ਪੜ੍ਹਾ ਸਕਦਾ, ਕੈਮਿਸਟਰੀ ਕਿਵੇਂ ਪੜ੍ਹਾਏਗਾ ਉਹ? ਜਿਨ੍ਹਾਂ ਲੋਕਾਂ ਨੇ ਕਦੀ ਸਿਮਰਨ ਨਾਲ ਵਾਸਤਾ ਹੀ ਨਹੀਂ ਰੱਖਿਆ, ਭਗਤੀ ਨਾਲ ਕਦੀ ਵਾਸਤਾ ਨਹੀਂ ਰੱਖਿਆ, ਜਿਨ੍ਹਾਂ ਦਾ ਸਬਜੈਕਟ ਕੋਈ ਨਹੀਂ, ਤੇ ਉਹਨਾਂ ਕੋਲ ਜਾ ਕੇ ਅਸੀਂ ਸੋਚੀਏ ਵੀ ਇਹ ਭਗਤੀ ਦਾ ਪ੍ਰੋਫੈਸਰ ਹੈ, ਸਾਨੂੰ ਭਗਤੀ ਸਿਖਾ, ਨਾਮ ਸਿਮਰਨ ਸਿਖਾ। ਆ ਬੈਠੇ ਨੇ ਇੱਥੇ 15 ਭਗਤ, 6 ਗੁਰੂ ਸਾਹਿਬਾਨ, 11 ਭੱਟ, ਜਿਨ੍ਹਾਂ ਨੇ ਭਗਤੀ ਕੀਤੀ ਹੈ, ਸਿਮਰਨ ਕੀਤਾ। ਇਹਨਾਂ ਨਾਲ ਰਾਬਤਾ ਪੈਦਾ ਕਰੋ, ਆਪ ਸਹਿਜ ਪਾਠ ਕਰੋ, ਬਾਣੀ ਪੜ੍ਹੋ। ਤੇ ਜਦੋਂ ਬਾਣੀ ਪੜ੍ਹਾਂਗੇ ਇਹਨਾਂ ਭਗਤਾਂ ਦੇ ਨਾਲ ਸਾਡੀ ਸਾਂਝ ਹੋਏਗੀ ਨਾ, ਗੁਰੂ ਸਾਹਿਬਾਨ ਦੇ ਨਾਲ ਸਾਡੀ ਸਾਂਝ ਬਣੇਗੀ। ਹੁਣੇ ਹੀ ਬਚਨ ਪੜ੍ਹਿਆ ਸੀ ਨਾ ਭਾਈ ਸਾਹਿਬ ਜੀ ਨੇ ਜਦੋਂ ਹੁਕਮ ਲਿਆ, ਸਤਿਗੁਰ ਕੀ ਜਿਸਨੋ ਮਤਿ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰਨਾਮਾ। ਸਾਨੂੰ ਭਟਕਣ ਦੀ ਜ਼ਰੂਰਤ ਨਹੀਂ, ਇੱਕ ਅਕੀਦਾ ਬਣਾ ਲਓ ਆਪਣੀ ਜ਼ਿੰਦਗੀ ਵਿੱਚ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਮਸਲਾ ਆਇਆ ਵੀ ਰੱਬ ਦੀ ਭਗਤੀ ਕਿੰਨੀ ਜ਼ਰੂਰੀ ਹੈ, ਜਿਹੜਾ ਨਹੀਂ ਕਰਦਾ ਉਹਦੀ ਹਾਲਤ ਕੀ ਹੈ। ਸਤਿਗੁਰੂ ਜੀ ਨੇ ਉਹਦੇ ਪਰਥਾਏ ਬਚਨ ਉਚਾਰਨ ਕੀਤਾ ਵੀ ਜਿਹੜਾ ਬੰਦਾ ਇਨਸਾਨ ਬਣਨ ਤੋਂ ਬਾਅਦ, ਇਨਸਾਨ ਪੈਦਾ ਹੋਣ ਤੋਂ ਬਾਅਦ ਭਗਤੀ ਨਹੀਂ ਨਾ ਕਰਦਾ, ਉਹਦੀ ਹਾਲਤ ਕਿੱਦਾਂ ਦੀ, ਕਿਹੜੀ ਜੂਨ 'ਚ ਜ਼ਿੰਦਗੀ ਬਤੀਤ ਕਰ ਰਿਹਾ ਹੈ। ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹੇ ਤਨ। ਹੁਣ ਫੈਸਲਾ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਕਿਸੇ ਜਗਿਆਸੂ ਨੇ ਆ ਕੇ ਪੁੱਛਿਆ ਵੀ ਸੱਚੇ ਪਾਤਸ਼ਾਹ ਮੈਨੂੰ ਦੱਸੋ ਮੈਂ ਭਗਤੀ ਕਿਵੇਂ ਕਰਨੀ, ਸਿਮਰਨ ਕਿਵੇਂ ਕਰਨਾ ਹੈ, ਹਰਿ ਕਾ ਨਾਮ ਧਿਆਈਆ ਕਿਵੇਂ ਕਰਨਾ ਹੈ। ਸਤਿਗੁਰੂ ਨੇ ਕਿਸੇ ਉੱਥੇ ਮਹਾਂਪੁਰਖ ਦੀ ਐਗਜ਼ਾਮਪਲ ਨਹੀਂ ਦਿੱਤੀ, ਕਿਸੇ ਬ੍ਰਹਮ ਗਿਆਨੀ ਦੀ ਐਗਜ਼ਾਮਪਲ ਨਹੀਂ ਦਿੱਤੀ, ਕਿਸੇ ਹੋਰ ਗੱਲ ਨੂੰ ਨਹੀਂ ਕੀਤਾ, ਮਨੁੱਖ ਦੀ ਐਗਜ਼ਾਮਪਲ ਨਹੀਂ ਦਿੱਤੀ। ਸਤਿਗੁਰੂ ਨੇ ਐਗਜ਼ਾਮਪਲ ਬੜੀ ਕਮਾਲ ਦੀ ਦਿੱਤੀ। ਇਹੋ ਜਿਹਾ ਜਾਨਵਰ ਜਿਹੜਾ ਨਾ ਪੰਜਾਬੀ ਜਾਣਦਾ, ਨਾ ਹਿੰਦੀ ਜਾਣਦਾ, ਨਾ ਸਾਡੇ ਵਾਂਗੂ ਕੋਈ ਧਾਰਮਿਕ ਭੇਖ ਪਾ ਸਕੇ, ਨਾ ਤੀਰਥ ਯਾਤਰਾ ਕਰ ਸਕੇ, ਪਰ ਉਹਦਾ ਇੱਕ ਗੁਣ ਹੈ ਫੇਥਫੁਲ ਹੋਣ ਦਾ, ਵਫਾਦਾਰੀ ਕਰਨ ਦਾ, ਆਪਣੇ ਆਪ ਨੂੰ ਸਮਰਪਿਤ ਕਰਨ ਦਾ। ਸਤਿਗੁਰੂ ਕਹਿੰਦੇ ਜੇ ਵਿਧੀ ਮੰਗਦੇ ਹੋ ਨਾ ਵੀ ਰੱਬ ਦਾ ਸਿਮਰਨ ਕਰਨ ਦੀ ਵਿਧੀ ਕੀ ਹੈ, ਤਰੀਕਾ ਕੀ ਹੈ,
ਤੇ ਸਤਿਗੁਰੂ ਕਹਿੰਦੇ ਫਿਰ ਮੈਂ ਆਖਾਂਗਾ ਕਿ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਇਹ ਤੋਂ ਉੱਪਰ ਕੋਈ ਵਿਧੀ ਨਹੀਂ। ਆਪਣੇ ਆਪ ਨੂੰ ਡੈਡੀਕੇਟ ਕਰ ਦਿਓ, ਗੁਰੂ ਦੇ ਅੱਗੇ ਸਮਰਪਿਤ ਕਰ ਦਿਓ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾਂ ਖਿੰਚੈ ਤੈ ਜਾਉ। ਆਹ ਹੈ ਵਿਧੀ ਜੋ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਈ। ਨਾ ਉੱਥੇ ਗਿਣਤੀਆਂ ਮਿਣਤੀਆਂ ਦੀ ਗੱਲ ਕੀਤੀ, ਨਾ ਯਾਤਰਾਵਾਂ ਦੀ ਗੱਲ ਕੀਤੀ, ਨਾ ਕੋਈ ਹੋਰ ਗੱਲ ਕੀਤੀ। ਸਤਿਗੁਰੂ ਕਹਿੰਦੇ ਬੜਾ ਸੌਖਾ ਜੀਵਨ, ਉਹਦੀ ਨਕਲ ਮਾਰ ਲਓ, ਆਪਣੇ ਅੰਦਰ ਉਹ ਗੁਣ ਪੈਦਾ ਕਰ ਲਓ, ਵਫਾਦਾਰੀ ਪੈਦਾ ਕਰ ਲਓ, ਫੇਥਫੁਲ ਹੋ ਜਾਓ, ਆਪਣੇ ਗੁਰੂ ਦੇ, ਆਪਣੇ ਗੁਰੂ ਪ੍ਰਤੀ ਸਮਰਪਿਤ ਕਰ ਦਿਓ ਆਪਣੇ ਆਪ ਨੂੰ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਹਰ ਕਾ ਨਾਮ ਧਿਆਈਐ ਆ ਵਿਧੀ, ਹਰੀ ਦੇ ਨਾਮ ਨੂੰ ਧਿਆਉਣ ਦੀ, ਜਪਣ ਦੀ, ਸਮਝਣ ਦੀ। ਕਿੱਥੇ ਜਪਾਂਗੇ ਬੈਠ ਕੇ? ਸਾਨੂੰ ਸਿੱਖਿਆ ਕਿੱਥੋਂ ਪ੍ਰਾਪਤ ਹੋਏਗੀ? ਸਾਨੂੰ ਜੀਵਨ ਜਾਚ ਕਿੱਥੋਂ ਪ੍ਰਾਪਤ ਹੋਏਗੀ? ਸਤਿਗੁਰੂ ਕਹਿੰਦੇ ਉਹ ਅਦਾਰਾ ਹੈ ਸਤ ਸੰਗਤ ਮੇਲ ਮਿਲਾਏ। ਗੁਰੂ ਦੀ ਜੋ ਸਤ ਸੰਗਤ ਹੈ ਨਾ, ਉਹਦੇ ਨਾਲ ਮਿਲਾਪ ਕਰੋ, ਉੱਥੋਂ ਨਾ ਭਗੌੜੇ ਹੋਵੋ। ਅੱਜ ਟੀਵੀ ਦੇ ਉੱਤੇ ਕਥਾ ਆ ਰਹੀ ਹੈ, ਕੀਰਤਨ ਆ ਰਿਹਾ, ਮੁਬਾਰਕ ਹੈ, ਬਹੁਤ ਵੱਡੇ ਯਤਨਾਂ ਤੋਂ ਬਾਅਦ ਸਾਨੂੰ ਪ੍ਰਾਪਤੀ ਹੋਈ। ਸਾਨੂੰ ਇਹ ਘਰ ਬੈਠਿਆਂ ਸਾਧਨ ਪ੍ਰਾਪਤ ਹੋਏ, ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ। ਲੇਕਿਨ ਇਹਦੇ ਨਾਲ ਇੱਕ ਨੁਕਸਾਨ ਵੀ ਹੋ ਗਿਆ, ਗੁਰਦੁਆਰੇ ਖਾਲੀ ਹੋ ਗਏ। ਅੰਮ੍ਰਿਤ ਵੇਲੇ ਕਈ ਗੁਰਦੁਆਰਿਆਂ ਵਿੱਚ ਕੇਵਲ ਤਾਬਿਆ ਬੈਠਣ ਵਾਲਾ ਸਿੰਘ ਜੇ ਹੋਵੇ, ਖਿਮਾ ਕਰਨਾ ਮੈਨੂੰ, ਤੇ ਨਾਲ ਕੀਰਤਨੀਏ 3 ਸਿੰਘ ਜੇ ਉਹ ਬੈਠੇ ਨੇ, ਤੇ ਕਿਤੇ ਕਿਤੇ ਬਿਰਲਾ ਬਿਰਲਾ ਕੋਈ ਜਗਿਆਸੂ ਬੈਠਾ ਹੋਵੇ, ਵੱਖਰੀ ਗੱਲ ਹੈ। ਇਸ ਕਰਕੇ ਇਹਦੇ ਵੱਲ ਧਿਆਨ ਦਿਓ। ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਅਸੀਂ ਗੁਰੂ ਘਰ ਬਣਾਏ ਤੇ ਰੋਜ਼ ਅਰਦਾਸ ਕਰਦੇ ਹਾਂ, ਹੁਣ ਵੀ ਅਰਦਾਸ ਕਰਨੀ। ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟਲ, ਇਹਨਾਂ ਨੂੰ ਖਾਲੀ ਨਾ ਕਰੋ, ਕਿਉਂਕਿ ਗੁਰੂ ਕੀ ਸੰਗਤ ਵਿੱਚ ਰਹਿ ਕੇ ਸਾਨੂੰ ਡਿਸਿਪਲਿਨ ਮਿਲਣਾ, ਸਾਨੂੰ ਰਹਿਣੀ ਪ੍ਰਾਪਤ ਹੋਣੀ, ਸਾਨੂੰ ਜੀਵਨ ਜਾਚ ਪ੍ਰਾਪਤ ਹੋਣੀ। ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਸਾਡੀ ਚਾਟਸ਼ਾਲਾ ਹੈ, ਸਾਡੀ ਪਾਠਸ਼ਾਲਾ ਹੈ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਕਿਰਪਾਲਤਾ ਕੀਤੀ, ਇਹ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਸਾਡੇ ਉੱਤੇ ਕਿ ਹਰ ਕਾ ਨਾਮ ਧਿਆਈਐ ਕਿਵੇਂ? ਸਤ ਸੰਗਤ ਮੇਲ ਮਿਲਾਏ। ਆਪਣਾ ਰਾਬਤਾ, ਆਪਣਾ ਸੰਬੰਧ ਗੁਰੂ ਕੀ ਸੰਗਤ ਨਾਲ ਪੈਦਾ ਕਰੋ, ਕੁਸੰਗਤ ਤੋਂ ਬਚ ਕੇ ਰਹੋ। ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਹੇ। ਸਤਿਗੁਰੂ ਕਹਿੰਦੇ ਜੇ ਕੋਈ ਮਨੁੱਖ ਸੰਬੋਧਨ ਕਰਕੇ ਗੱਲ ਕਰੇ, ਹੇ ਮਨੁੱਖ, ਜੇ ਤੂੰ ਕਾਮ ਵਾਸ਼ਨਾ ਦੀ ਪੂਰਤੀ ਵਾਸਤੇ ਲੱਖਾਂ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਹੇ, ਤੇ ਆਪਣੀ ਜ਼ਿੰਦਗੀ ਵਿੱਚ ਐਸ਼ੋ ਇਸ਼ਰਤ ਕਰਨ ਵਾਸਤੇ, ਸੁੱਖ ਦਾ ਜੀਵਨ ਧਾਰਨ ਕਰਨ ਵਾਸਤੇ, ਜੀਵਨ ਵਾਸਤੇ 9 ਖੰਡਾਂ ਦਾ ਰਾਜ ਤੈਨੂੰ ਪ੍ਰਾਪਤ ਹੋ ਜਾਏ, ਉਮਰ ਲੰਮੀ ਹੋ ਜਾਏ। ਜੇ ਜੁਗ ਚਾਰੇ ਆਰਜਾ ਹੋਰ ਦਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਧਰੇ। ਉਹ ਫਿਰ ਦੋਸ਼ੀਆਂ ਦਾ ਵੱਡਾ ਦੋਸ਼ੀ ਬਣ ਜਾਂਦਾ ਹੈ। ਰੱਬ ਦੀ ਨਜ਼ਰ ਵਿੱਚ ਕੇਵਲ ਕੀੜੇ ਦੇ ਮਾਤਰ ਬਣਦਾ ਉਹ ਬੰਦਾ, ਕਿੱਡਾ ਚਾਹੇ ਬਾਦਸ਼ਾਹ ਹੋਵੇ। ਖਸਮੈ ਨਜ਼ਰੀ ਕੀੜਾ ਆਵੇ, ਜੇ ਤੇ ਚੁੱਗੈ ਦਾਣੇ। ਇਸ ਕਰਕੇ ਸਤਿਗੁਰੂ ਕਹਿੰਦੇ ਆਪਣੀ ਜ਼ਿੰਦਗੀ ਵਿੱਚ ਤੂੰ ਇਹਨਾਂ ਕੁਕਰਮਾਂ ਤੋਂ ਬਚਣ ਦਾ ਯਤਨ ਕਰ। ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਪਾਵੇ ਫਿਰ ਜੋਨੀ ਪਾਹੇ। ਤੇ ਤੈਨੂੰ ਇਹ ਸਾਰਾ ਕੁਝ ਪ੍ਰਾਪਤ ਕਰਨ ਤੋਂ ਬਾਅਦ ਵੀ ਨਾ ਸੱਚੇ ਗੁਰੂ ਦੀ ਕਿਰਪਾ ਤੋਂ ਬਿਨਾ, ਸੱਚੇ ਗੁਰੂ ਦੀ ਸ਼ਰਨ ਤੋਂ ਬਿਨਾ ਤੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ, ਆਤਮਿਕ ਸੁੱਖ ਨਹੀਂ ਪ੍ਰਾਪਤ ਕਰ ਸਕੇਗਾ। ਫਿਰ ਜੋਨੀ ਪਾਹੇ, ਮੁੜ ਕੇ ਤੂੰ ਫਿਰ ਜੋਨੀਆਂ ਵਿੱਚ ਹੀ ਪਏਗਾ, ਮੁੜ ਕੇ ਭਟਕਣਾ ਵਿੱਚ ਪਏਗਾ, ਜਨਮ ਮਰਨ ਦੇ ਗੇੜ ਵਿੱਚ ਪਏਗਾ। ਇਸ ਕਰਕੇ ਸਤਿਗੁਰੂ ਦੀ ਸ਼ਰਨ ਵਿੱਚ ਆ। ਤੇ ਸਤਿਗੁਰੂ ਦੀ ਸ਼ਰਨ ਅਸੀਂ ਰੋਜ਼ ਵੀ ਆਉਂਦੇ ਆ। ਗੁਰੂ ਕੀ ਹਜ਼ੂਰੀ ਚ ਆ ਕੇ ਬੈਠਣਾ, ਇਹ ਗੁਰੂ ਕੀ ਸ਼ਰਨ ਹੈ। ਆ ਕੇ ਅਰਦਾਸ ਕਰਨੀ, ਠਾकुर तुम शरणाई आया, उतर गए हो मेरे मन का संसा जब ते दर्शन पाया। लेकिन असल में गुरु वाले बनने का तरीका की दिता पंथ ने। गुरु ग्रंथ गुरु पंथ की हजूरी च जाके अमृत पान करना, जो सानू नितनेम दिता वो करना, निता प्रति गुरु की संगत में आके शामिल होना, समा कढ़ के सहज पाठ करना और चंगे गुण धारण करने, मनुखता की सेवा वास्ते तत्पर रहना। सतगुरु पातशाह जी के ये जिहड़े सिद्धांत ने इनू अपने जीवन में अपना के
ਤੁਰੀਏ। ਫਿਰ ਆਪਣਾ ਭੇਖ, ਆਪਣੀ ਆਇਡੈਂਟੀਟੀ, 5 ਕਕਾਰ, ਦਸਤਾਰ, ਜਿਹਦੇ ਨਾਲ ਸਾਨੂੰ ਸਰਦਾਰ ਜੀ ਲੋਕ ਕਹਿ ਸੰਬੋਧਨ ਕਹਿੰਦੇ ਆ ਨੇ, ਅਸੀਂ ਬਾਕੀਆਂ ਵਰਗੇ ਮਿਲ ਜਾਵਾਂਗੇ। ਜਿਵੇਂ ਭੇਡਾਂ 'ਚ ਰਲ ਕੇ ਸ਼ੇਰ ਵੀ ਭੇਡ ਹੀ ਬਣ ਜਾਂਦਾ ਨਾ, ਇਵੇਂ ਫਿਰ ਸਾਡੀ ਹਾਲਤ ਉਸ ਤਰ੍ਹਾਂ ਦੀ ਹੋਏਗੀ। ਇਸ ਕਰਕੇ ਆਪਣੀ ਦਸਤਾਰ ਦੀ, ਆਪਣੇ ਪਹਿਰਾਵੇ ਦੀ ਸੰਭਾਲ ਕਰਨੀ, ਆਪਣੀ ਪਹਿਚਾਣ ਵਾਸਤੇ ਆਪਣੇ ਸਿੰਘ ਤੇ ਕੌਰ ਦੀ ਸੰਭਾਲ ਕਰਨੀ, ਆਪਣੀ ਪਹਿਚਾਣ ਵਾਸਤੇ, ਆਪਣੀ ਹੋਂਦ ਨੂੰ ਬਚਾਉਣ ਵਾਸਤੇ ਬਿਨ ਸਤਿਗੁਰ ਸੁੱਖ ਨਾ ਪਾਵੇ। ਇਹ ਸਾਨੂੰ ਸੋਝੀ ਕਿੱਥੋਂ ਪ੍ਰਾਪਤ ਨਹੀਂ, ਗੁਰੂ ਦੇ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਣੀ। ਫਿਰ ਜੋਨੀ ਪਾਹੇ ਹਰ ਹਾਰ ਕੰਠ ਜੀ ਨਹੀਂ ਪਹਿਰਿਆ, ਗੁਰ ਚਰਨੀ ਚਿਤ ਲਾਏ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪ੍ਰਭੂ ਦਾ ਸਿਮਰਨ ਕਰਕੇ ਹਰੀ ਦਾ ਨਾਮ ਰੂਪੀ ਹਾਰ ਜਿਹੜਾ ਹੈ, ਸਿਮਰਨ ਰੂਪੀ ਹਾਰ ਜਿਹੜਾ ਹੈ, ਉਹ ਕੰਠ ਵਿੱਚ, ਗਲੇ ਵਿੱਚ ਪਹਿਨ ਲਿਆ ਤੇ ਗੁਰੂ ਚਰਨਾਂ ਨਾਲ ਆਪਣਾ ਚਿੱਤ ਜੋੜ ਲਿਆ। ਗੁਰੂ ਚਰਨ ਕੀ ਨੇ ਹੁਣ? ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ। ਗੁਰੂ ਦਾ ਸ਼ਬਦ ਹਿਰਦੇ 'ਚ ਵਸਾਇਆ, ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਜੋੜ ਲਈ। ਉਹਨਾਂ ਨੇ ਆਪਣੇ ਗੁਰੂ ਸ਼ਬਦ ਰੂਪੀ ਚਰਨਾਂ ਨੂੰ ਚਿੱਤ ਵਿੱਚ ਵਸਾ ਲਿਆ, ਗੁਰੂ ਸ਼ਬਦ ਰੂਪੀ ਚਰਨਾਂ ਵਿੱਚ ਚਿੱਤ ਜੋੜ ਲਿਆ। ਫੇਰ ਕੀ ਹੋਇਆ? ਕੀ ਜ਼ਿੰਦਗੀ ਪ੍ਰਾਪਤ ਹੋ ਗਈ? ਸਤਿਗੁਰੂ ਕਹਿੰਦੇ ਤਿਨਾਂ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ। ਇਹ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਸਤੇ ਜਿੱਥੇ ਲੋਕ ਧੱਕੇ ਖਾਂਦੇ ਫਿਰਦੇ ਹੈ ਤੇ ਅਸੀਂ ਬਹੁਤ ਵੱਡਾ ਕੰਮ ਕੀਤਾ, 12 ਸਾਲ 13 ਸਾਲ 15 ਸਾਲ ਕਲਗੀਧਰ ਪਾਤਸ਼ਾਹ ਜੀ ਪੌਂਟਾ ਸਾਹਿਬ ਸੁਭਾਏਮਾਨ, ਰੋਜ਼ਾਨਾ ਕਵੀ ਦਰਬਾਰ ਹੋ ਰਹੇ ਹੈ, ਯੋਧੇ ਤਿਆਰ ਕੀਤੇ ਜਾ ਰਹੇ ਹੈ। ਪਹਾੜੀ ਰਾਜੇ ਸੋਚ ਰਿਹਾ ਸੀ ਤਹਿਸ ਨਹਿਸ ਕਰ ਦੇਣਾ ਪੌਂਟਾ ਸਾਹਿਬ ਨੂੰ ਜਦੋਂ ਲੰਘ ਕੇ ਜਾਵਾਂਗੇ, ਜਦੋਂ ਬੇਟੇ ਦੀ ਸ਼ਾਦੀ ਦੀ ਬਰਾਤ ਜਾਏਗੀ। ਲੇਕਿਨ ਸਤਿਗੁਰੂ ਨੇ ਉਹ ਆਸਾਂ ਪੂਰੀਆਂ ਨਹੀਂ ਹੋਣ ਦਿੱਤੀਆਂ ਉਹਨਾਂ ਲੋਕਾਂ ਦੀਆਂ। ਭਗਾਣੀ ਦਾ ਯੁੱਧ ਵੀ ਉੱਥੇ ਜਿੱਤਿਆ, ਜੋ ਪਹਿਲਾ ਜੰਗ ਸੀ ਗੁਰੂ ਸਾਹਿਬ ਦੇ ਜੀਵਨ ਦਾ। ਤੇ ਇੱਕ ਦਿਨ ਜੋਗੀ ਆ ਗਿਆ ਗੁਰੂ ਸਾਹਿਬ ਜੀ ਦੇ ਕੋਲ ਤੇ ਗੁਰੂ ਸਾਹਿਬ ਨੂੰ ਸੰਬੋਧਨ ਕਰਕੇ ਕਹਿਣ ਲੱਗਾ, ਚੈਲੰਜ ਕਰਕੇ ਕਹਿਣ ਲੱਗਾ, ਮੈਂ 12 ਸਾਲ ਇੱਕ ਲੱਤ ਪਾਰ ਖੜ ਕੇ ਤਪੱਸਿਆ ਕੀਤੀ ਹੈ ਤੇ ਮੈਂ ਜਮਨਾ ਨਦੀ ਤੁਰ ਕੇ ਪਾਰ ਕਰ ਸਕਦਾ। ਤੁਸੀਂ ਆਓ ਮੇਰਾ ਮੁਕਾਬਲਾ ਕਰਨ ਵਾਸਤੇ, ਜਾਂ ਆਪਣਾ ਕੋਈ ਸਿੰਘ ਭੇਜੋ ਮੇਰਾ ਮੁਕਾਬਲਾ ਕਰੇ, ਨਦੀ ਪਾਰ ਕਰੇ, ਦਰਿਆ ਨੂੰ ਪਾਰ ਕਰੇ। ਸਤਿਗੁਰੂ ਮੁਸਕਰਾਏ, ਬੜੇ ਸਹਿਜ ਨਾਲ ਉੱਠੇ, ਸਿੱਖਾਂ ਨੂੰ ਨਾਲ ਲਿਆ, ਜੋਗੀ ਨੂੰ ਨਾਲ ਲਿਆ। ਕਹਿੰਦੇ ਜੋਗੀ ਜੀ ਆਓ ਚੱਲੀਏ। ਬੜੇ ਅਦਬ ਨਾਲ ਮਲਾਹ ਨੂੰ ਸੱਦਿਆ, ਬੇੜੀ 'ਚ ਬਹਿ ਗਏ, ਜੋਗੀ ਵੀ ਨਾਲ ਬਹਿ ਗਿਆ, ਆਪ ਵੀ ਬਹਿ ਗਏ, ਸਿੰਘ ਵੀ ਬਹਿ ਗਏ। ਦੂਜੇ ਕਿਨਾਰੇ ਜਾ ਕੇ ਕਹਿੰਦੇ ਬੇਟਾ ਕਿੰਨਾ ਕਿਰਾਇਆ ਤੇਰਾ? ਕਹਿਣ ਲੱਗਾ 1 ਟਕਾ ਦੇ ਦਿਓ ਕਿਰਪਾ ਕਰਕੇ। ਸਤਿਗੁਰੂ ਕਹਿਣ ਲੱਗੇ ਜੋਗੀ ਜਿਹੜੀ ਤੂੰ 12 ਸਾਲ ਝੱਗ ਮਾਰੀ ਮੈਂ ਟਕੇ 'ਚ ਕੰਮ ਕੀਤਾ, ਉਹ ਤੇਰੇ 12 ਸਾਲ ਦੀ ਤਪੱਸਿਆ ਦਾ ਮੁੱਲ ਜਿਹੜਾ ਕੇਵਲ 1 ਟਕਾ ਹੈ। ਸਾਡੀ ਨਜ਼ਰ ਵਿੱਚ ਟਕਾ ਮਾਤਰ ਹੈ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਗੁਰੂ ਨਾਨਕ ਸਾਹਿਬ ਜੀ ਨੂੰ ਪਾਣੀ ਲੈਣ ਭੇਜਿਆ ਤੇ ਛੱਪੜ ਸੁਕਾ ਦਿੱਤਾ ਪਾਣੀ ਦਾ ਕਰਾਮਾਤ ਨਾਲ, ਹੀਰੇ ਜਵਾਹਰਤ ਪੈਦਾ ਕਰਤੇ। ਗੁਰੂ ਨਾਨਕ ਪਾਤਸ਼ਾਹ ਵਾਪਸ ਆ ਕੇ ਕਹਿੰਦੇ ਪਾਣੀ ਲਿਆਇਓ, ਕਹਿੰਦੇ ਪਾਣੀ ਹੈ ਨਹੀਂ ਸੀ ਉੱਥੇ। ਉਹ ਸੋਚਦੇ ਸੀ ਸਾਡੀਆਂ ਬੜੀਆਂ ਵਡਿਆਈਆਂ ਕਰਨਗੇ ਵੀ ਹੀਰੇ ਜਵਾਹਰਤ ਪੈਦਾ ਕਰਤੇ, ਮੋਤੀ ਪੈਦਾ ਕਰਤੇ। ਕਹਿੰਦੇ ਹੋਰ ਕੀ ਸੀ? ਸਤਿਗੁਰੂ ਕਹਿੰਦੇ ਮੈਨੂੰ ਕੀ ਪਤਾ ਹੋਰ ਕੀ ਸੀ ਉੱਥੇ, ਮੈਂ ਨਹੀਂ ਵੇਖਿਆ। ਐਡੀ ਕਮਾਲ ਦੀ ਦ੍ਰਿਸ਼ਟੀ, ਐਡੀ ਕਮਾਲ ਦੀ ਨਿਰਲੇਪਤਾ। ਆਪਣੇ ਜੀਵਨ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਮਾਵਾਂ ਨੂੰ ਕਿੱਡੇ ਲਾਲਚ ਦਿੱਤੇ ਗਏ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ। ਇਹ ਕੌਣ ਲੋਕ ਨੇ ਜਿਨ੍ਹਾਂ ਦੇ ਵਿੱਚ ਇਹ ਕਿਰਪਾ ਹੋ ਚੁੱਕੀ ਹੈ? ਤਿਨਾਂ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ। ਉਹਨੂੰ ਤਿਲ ਮਾਤਰ ਵੀ ਤਮਾ ਨਹੀਂ ਉਹਨਾਂ ਦੇ ਅੰਦਰ। ਕੀ ਮਜਾਲ ਹੈ ਕਿ ਧਰਮ ਦੀ ਤਬਦੀਲੀ ਕਰ ਦੇਣ, ਜਿਵੇਂ ਅੱਜ ਕੱਲ੍ਹ ਅਸੀਂ ਭੱਜੇ ਫਿਰਦੇ ਹਾਂ ਲੋਕਾਂ ਦੇ ਪਿੱਛੇ। ਕੀ ਮਜਾਲ ਹੈ ਜੀਵਨ ਦੇ ਵਿੱਚ ਕੋਈ ਅਡੋਲਤਾ ਪੈਦਾ ਹੋ ਜਾਏ ਜੀਵਨ ਦੇ ਵਿੱਚ, ਕਿ ਆਪਣੀ ਜ਼ਿੰਦਗੀ ਵਿੱਚ ਡੋਲ ਜਾਣੋ। ਐਡਾ ਅਡੋਲਤਾ ਭਰਿਆ ਜੀਵਨ ਹੈ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਕਦੋਂ ਪ੍ਰਾਪਤ ਹੁੰਦੀ ਹੈ? ਜਦੋਂ ਹਰ ਹਾਰ ਕੰਠ ਜੀ ਨਹੀਂ ਪਹਿਰਿਆ, ਗੁਰ ਚਰਨੀ ਚਿਤ ਲਾਏ। ਤਿਨਾਂ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ। ਜੋ ਪ੍ਰਭਾਵੈ ਸੋ ਥੀਐ, ਅਵਰ ਨਾ ਕਰਨਾ ਜਾਏ। ਸਤਿਗੁਰੂ ਕਹਿੰਦੇ ਸਾਡਾ ਚਾਰਾ ਵੀ ਕੀ ਹੈ? ਕਿਉਂਕਿ ਜੋ ਪ੍ਰਭੂ ਨੂੰ ਭਾਉਂਦਾ ਨਾ ਸੋ ਥੀਐ, ਉਹੀ ਹੋਵੇਗਾ, ਅਵਰ ਨਾ ਕਰਨਾ ਜਾਏ। ਅਸੀਂ ਕੁਛ ਨਹੀਂ ਕਰ ਸਕਦੇ। ਕਬੀਰ ਸਾਹਿਬ ਕਹਿੰਦੇ ਜੋ ਮੈਂ ਚਿਤਵੋਂ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿੱਤ ਨਾ ਹੋਏ। ਜੋ ਸਾਡੇ ਚੇਤਾ ਵੀ ਨਾ ਹੁੰਦਾ, ਰੱਬ ਉਹ ਕਰਾ ਦਿੰਦਾ। ਫਿਰ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਕਹਿੰਦੇ ਚਿੰਤਾ ਵੀ ਆਪ ਕਰਾਏ ਸੀ। ਉਹ ਸਾਡੇ ਅੰਦਰ ਚਿੰਤਾ ਦਾ ਗੁਣ ਵੀ ਉਹਨੇ ਪਾਇਆ ਤਾਂ ਕਿ ਅਸੀਂ ਆਪਣੇ ਫਰਜ਼ਾਂ ਵਾਸਤੇ ਉਦਮ ਕਰ ਸਕੀਏ। ਚਿੰਤਾ ਵੀ ਆਪ ਕਰਾਏ ਸੀ, ਅਚਿੰਤ ਵੀ ਆਪੇ ਦੇ।
ਤੇ ਆਪੇ ਬਖਸ਼ਿਸ਼ ਕਰਕੇ ਸਾਡੇ ਜੀਵਨ ਨੂੰ ਅਚਿੰਤ ਕਰਦਾ ਹੈ। ਨਾਨਕ ਸੋ ਸਲਾਹੀਐ ਜੋ ਸਭਨਾ ਸਾਰ ਕਰੇ। ਸਾਡਾ ਕੰਮ ਕੇਵਲ ਇੰਨਾ ਕਿ ਜਿਸ ਪ੍ਰਮਾਤਮਾ ਨੇ ਸਾਡੀ ਸਾਰ ਲੈਣੀ ਹੈ ਨਾ, ਜਿਸ ਨੇ ਵਿਸ਼ਵ ਨੂੰ ਪੈਦਾ ਕੀਤਾ, ਜੀਵਾਂ ਦਾ ਪ੍ਰਬੰਧ ਕੀਤਾ, ਸਾਡਾ ਪ੍ਰਬੰਧ ਕੀਤਾ ਹੈ, ਅਸੀਂ ਕੇਵਲ ਉਹਦੀ ਸਿਫਤ ਸਲਾਹ ਕਰਨੀ। ਜੋ ਪ੍ਰਭ ਭਾਵੈ ਸੋ ਥੀਐ, ਅਵਰ ਨਾ ਕਰਨਾ ਜਾਏ। ਜਾਂ ਨਾਨਕ ਜੀਵੈ ਨਾਮ ਲੈ, ਹਰ ਦੇਵੋ ਸਹਿਜ ਸੁਭਾਏ। ਸਤਿਗੁਰੂ ਕਹਿੰਦੇ ਦਾਸ ਨਾਨਕ ਤੇਰਾ ਨਾਮ ਲੈ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ। ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨੇ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਮੇਰੇ ਤੇ ਕਿਰਪਾ ਕਰੋ, ਮੈਨੂੰ ਇਹ ਨਾਮ ਦੀ ਦਾਤ ਪ੍ਰਾਪਤ ਹੋ ਜਾਏ। ਜਾਂ ਨਾਨਕ ਜੀਵੈ ਨਾਮ ਲੈ, ਹਰ ਦੇਵੋ ਸਹਿਜ ਸੁਭਾਏ। ਮੇਰੇ ਅੰਦਰ ਸਹਿਜ ਅਡੋਲਤਾ ਪੈਦਾ ਹੋ ਜਾਏ। ਸੁਭਾਏ ਦਾ ਅਰਥ ਹੈ ਸੋਹਣਾ ਪਿਆਰ ਪੈਦਾ ਹੋ ਜਾਏ। ਐਸਾ ਨਾ ਹੋਵੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਕੀ ਕਰਨਾ ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ। ਇਸ ਕਰਕੇ ਪ੍ਰਭੂ ਦਾ ਸਿਮਰਨ ਕਰਨਾ, ਸਿਮਰਨ ਕਰਨ ਤੋਂ ਬਾਅਦ ਆਪਣੇ ਅੰਦਰ ਹੰਕਾਰ ਨਹੀਂ ਪੈਦਾ ਕਰਨਾ, ਬਲਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਦੋਂ ਅਸੀਂ ਰੱਬ ਦੀ ਸਿਮਰਨ ਕਰਨ ਵਾਲੀ ਗੱਲ ਨੂੰ ਸਮਝ ਕੇ ਮਨੁੱਖਤਾ ਵਿੱਚੋਂ ਉਸ ਰੱਬ ਨੂੰ ਵੇਖਾਂਗੇ, ਫਿਰ ਫਰੀਦਾ ਖਾਲਕ ਖਲਕ ਮੈਂ ਖਲਕ ਬਸੇ ਰੱਬ ਮਾਹੇ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ, ਬੁਰਾ ਭਲਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ। ਫਿਰ ਅਸੀਂ ਉਹਨਾਂ ਦੀ ਸੇਵਾ ਵਾਸਤੇ ਵੀ ਤਤਪਰ ਹੋਵਾਂਗੇ, ਵੰਡ ਕੇ ਛਕਾਂਗੇ, ਮਨੁੱਖਤਾ ਦੀ ਸੇਵਾ ਕਰਾਂਗੇ। ਇਸ ਕਰਕੇ ਸਤਿਗੁਰੂ ਕਹਿੰਦੇ ਆਪਣੀ ਜ਼ਿੰਦਗੀ ਵਿੱਚ ਜਾਂ ਨਾਨਕ ਜੀਵੈ ਨਾਮ ਲੈ, ਹਰ ਦੇਵੋ ਸਹਿਜ ਸੁਭਾਏ। ਸਹਿਜ ਦਾ ਭਾਵ ਅਡੋਲਤਾ, ਸੁਭਾਏ ਦਾ ਅਰਥ ਹੈ ਸੋਹਣਾ ਪਿਆਰ। ਮੇਰੇ ਤੇ ਬਖਸ਼ਿਸ਼ ਕਰੋ, ਸਤਿਗੁਰੂ ਕਿਰਪਾ ਕਰੇ ਇਹ ਜੀਵਨ ਜਾਚ ਸਾਨੂੰ ਪ੍ਰਾਪਤ ਹੋ ਜਾਏ। ਮਨ ਰੇ ਗ੍ਰਹਿ ਮਾਹੇ ਉਦਾਸ, ਸੱਚ ਸੰਜਮ ਕਰਨੀ ਸੋ ਕਰੇ। ਗੁਰਮੁਖ ਹੋਏ ਪ੍ਰਗਾਸ। ਮੇਰੀਆਂ ਭੁੱਲਾਂ ਮੇਰੀਆਂ ਸਮਝ ਕੇ ਖਿਮਾ ਕਰ ਦੇਣੀਆਂ ਤੇ ਗੁਰੂ ਕੇ ਬਚਨ ਗੁਰੂ ਕੇ ਸਮਝ ਕੇ ਆਪਣੇ ਹਿਰਦੇ 'ਚ ਵਸਾ ਲੈਣੇ, ਤਾਂ ਕਿ ਭਰੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਹੋ ਸਕੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ, ਇੱਥੋਂ ਦੇ ਸਟਾਫ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਜੋ ਆਪ ਜੀ ਸਹਿਯੋਗ ਬਖਸ਼ਿਸ਼ ਕਰਦੇ ਹੋ ਕਾਲਜ ਨੂੰ, ਉਹਦਾ ਧੰਨਵਾਦ। ਅੱਗੋਂ ਆਸ ਕਰਦਾ ਹੋਇਆ ਸਹਿਯੋਗ ਦੀ ਆਪ ਜੀ ਦੇ ਨਾਲ ਫਤਿਹ ਦੀ ਸਾਂਝ ਕਰਦਾ ਹਾਂ। ਬਖਸ਼ੋ ਆਸ਼ੀਰਵਾਦ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।